ਜਸਟਿਸ ਦੇਖ ਰਹੇ ਹੋ ਤੁਸੀਂ। ਮੈਂ ਕੇਪੀ ਸਿੰਘ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ 100 ਵਰ੍ਹੇ ਪੂਰੇ ਹੋ ਚੁੱਕੇ। ਸ਼ਤਾਬਦੀ ਵਰ੍ਹਾ ਮਨਾਇਆ ਜਾ ਰਿਹਾ, ਥਾਂ ਥਾਂ ਸਮਾਗਮ ਕਰਵਾਇਆ ਜਾ ਰਿਹਾ। ਇਹਨਾਂ ਸਭ ਦੇ ਵਿਚਾਲੇ ਜਿਹੜੀ ਐਸਜੀਪੀਸੀ ਦੀ ਕਮਾਨ ਜਿਨ੍ਹਾਂ ਦੇ ਹੱਥਾਂ 'ਚ ਹੁਣ ਤੱਕ ਰਹੀ ਹੈ ਤੇ ਉਹਨਾਂ 'ਤੇ ਜਿਹੜਾ ਸਿਆਸੀ ਗਲਬਾ ਰਿਹਾ, ਉਹ ਸਭ ਦੀਆਂ ਚੁਣੌਤੀਆਂ ਤੇ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਅੱਜ ਮਾਸਟਰ ਤਾਰਾ ਸਿੰਘ ਵੀ ਯਾਦ ਆ ਰਹੇ ਆ ਤੇ ਸੁੰਦਰ ਸਿੰਘ ਰਾਮਗੜੀਆ, ਬਾਬਾ ਖੜਕ ਸਿੰਘ, ਜਥੇਦਾਰ ਊਧਮ ਸਿੰਘ ਉਗੋਕੇ, ਇਸ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਹਰਾ ਜ਼ਿਕਰ ਹੋ ਰਿਹਾ ਹੈ ਤੇ ਜਿਹੜੇ ਗੁਰਚਰਨ ਸਿੰਘ ਟੋੜਾ ਉਹਨਾਂ ਦਾ ਜ਼ਿਕਰ ਹੋ ਰਿਹਾ, ਕਿਰਪਾਲ ਸਿੰਘ ਬਡੂੰਗਰ, ਅਵਤਾਰ ਸਿੰਘ ਤੇ ਹੁਣ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਤੱਕ ਗੱਲ ਪਹੁੰਚ ਚੁੱਕੀ ਹੈ। ਜਥੇਦਾਰ ਤਲਵੰਡੀ ਹਰਾ ਜ਼ਿਕਰ ਹੋ ਰਿਹਾ। ਅਲੱਗ-ਅਲੱਗ ਸੰਦਰਭ ਦੇ ਵਿੱਚ ਇਹ ਸਾਰਾ ਜ਼ਿਕਰ ਕੀਤਾ ਜਾ ਰਿਹਾ, ਪਰ ਸਭ ਦੇ ਵਿਚਾਲੇ ਤੇਜਾ ਸਿੰਘ ਸਮੁੰਦਰੀ ਹਰ ਦਾ ਵੀ ਜ਼ਿਕਰ ਹੋ ਰਿਹਾ ਹੈ, ਜਿੱਥੇ ਸਾਰੇ ਬਹਿ ਕੇ ਮੰਥਨ ਕਰਦੇ ਆ। ਬਹੁਤ ਸਾਰੇ ਸਵਾਲ ਹੈ। ਇਹਨਾਂ ਸਵਾਲਾਂ ਦੇ ਵਿਚਾਲੇ ਹੁਣ ਤੱਕ ਏਡੇ ਵੱਡੇ ਪੈੜੇ ਦੇ ਵਿੱਚ ਕੀ ਕੁਝ ਪ੍ਰਾਪਤ ਕੀਤਾ ਤੇ ਕੀ ਕੁਝ ਅੱਗੇ ਜਿਹੜੀਆਂ ਚੁਣੌਤੀਆਂ ਖੜੀਆਂ ਹੈਗੀਆਂ, ਇਹਨਾਂ ਸਭ ਦਾ ਜ਼ਿਕਰ ਹੋਣਾ ਲਾਜ਼ਮੀ ਹੈ। ਪੰਥ ਤੋਂ ਲੈ ਕੇ ਧਰਮ ਤੱਕ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਜ਼ਿੰਮੇਵਾਰੀ ਸੀ ਉਹ ਕਿੰਨੀ ਨਿਭਾਈ? ਸਵਾਲ ਇਹੀ ਹੋਣਗੇ। ਐਸਜੀਪੀਸੀ ਦੇ 100 ਵਰ੍ਹੇ ਕਿੰਨਾ ਉਤਰੇ ਖਰੇ? ਐਸਜੀਪੀਸੀ ਸ਼ਤਾਬਦੀ ਹੈ। ਫਟਾਫਟ ਤੁਹਾਨੂੰ ਪੁਆਇੰਟਰ ਦੱਸ ਦਈਏ, ਉਸ ਤੋਂ ਬਾਅਦ ਸਾਡਾ ਮਹਿਮਾਨ ਮੌਜੂਦ ਹੋਣਗੇ, ਉਹਨਾਂ ਕੋਲ ਸਿੱਧਾ ਚੱਲਾਂਗੇ ਅਸੀਂ। ਅੱਜ ਦਾ ਮੁੱਦਾ ਐਸਜੀਪੀਸੀ ਸ਼ਤਾਬਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਏ ਆ। ਸ਼ਤਾਬਦੀ ਬਾਰੇ ਮੌਕੇ ਦੇਸ਼ ਵਿਦੇਸ਼ ਵਿੱਚ ਸਮਾਗਮ ਹੋ ਰਿਹਾ, ਸੈਮੀਨਾਰ ਹੋ ਰਿਹਾ, ਵੈਬੀਨਾਰ ਹੋ ਰਿਹਾ। ਸਮਝਿਆ ਜਾ ਰਿਹਾ ਕੀ ਕੁਝ ਕੀਤਾ ਹੁਣ ਤੱਕ। ਐਸਜੀਪੀਸੀ ਦੀਆਂ ਪ੍ਰਾਪਤੀਆਂ ਅਤੇ ਚੁਣੌਤੀਆਂ 'ਤੇ ਚਰਚਾ ਕੀਤੀ ਜਾ ਰਹੀ ਹੈ ਕਿ 100 ਵਰ੍ਹਿਆਂ ਦੇ ਵਿੱਚ ਬ੍ਰਿਟਿਸ਼ ਰਾਜ ਤੋਂ ਲੈ ਕੇ ਹੁਣ ਤੱਕ ਕੀ ਕੁਝ ਹਾਸਲ ਕੀਤਾ। ਮਾਨਵਤਾ ਇਤਿਹਾਸ ਤੇ ਮੌਜੂਦਾ ਦੌਰ ਦੇ ਵਿੱਚ ਤੁਲਨਾ ਕੀਤੀ ਜਾ ਰਹੀ ਹੈ। ਇਹ ਤੁਲਨਾ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ? ਸਵਾਲ ਇਹ ਵੀ ਬਹੁਤ ਵੱਡਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦੇ ਸੰਬੋਧਨ ਤੇ ਸਿਆਸਤ ਤਪੀ ਹੋਈ ਹੈ। ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਹੋਣ ਤੇ ਵੀ ਸਵਾਲ ਹੈ ਤੇ ਜਥੇਦਾਰ ਦੇ ਸੰਬੋਧਨ ਤੇ ਵੀ ਸਵਾਲ ਉੱਠੇ ਆ। ਇਹ ਬਹੁਤ ਸਾਰੇ ਸਵਾਲ ਹੈ ਕਿ ਉਹਦੇ ਵਿੱਚ ਸਿਆਸੀ ਪਿਛੋਕੜ ਹੈ ਵੀ ਸਵਾਲ ਚੁੱਕੇ ਜਾ ਰਹੇ ਆ। ਕੇਂਦਰ ਤੇ ਈਵੀਐਮ ਵਾਲੇ ਬਿਆਨ ਨੇ ਕਮਸਾਨ ਸਾਰਾ ਛੇੜਿਆ ਕਿ ਇਹ ਬਿਆਨ ਦੇ ਕੇ ਉਹ ਸਾਰੀਆਂ ਪ੍ਰਾਪਤੀਆਂ ਚੁਣੌਤੀਆਂ ਦਾ ਜ਼ਿਕਰ ਹੈ ਜਿਹੜਾ ਉਸ ਨੂੰ ਪਾਸੇ ਤਾਂ ਨਹੀਂ ਕਰ ਦਿੱਤਾ ਗਿਆ। ਸਵਾਲ ਇਹ ਵੀ ਹੋਵੇਗਾ ਜਥੇਦਾਰ ਤੇ ਬਾਦਲਾਂ ਦਾ ਪੱਖ ਪੂਰਨ ਦੇ ਇਲਜ਼ਾਮ ਲੱਗਿਆ ਕਿ ਇੱਕ ਪਰਿਵਾਰ ਦਾ ਪੱਖ ਪੂਰਿਆ ਗਿਆ ਕਿ ਬਾਕੀ ਧਿਰਾਂ ਜਿਹੜੀਆਂ ਉਹ ਵੀ ਮਾਂ ਪੁੱਤ ਵਾਲਾ ਰਿਸ਼ਤਾ ਰੱਖਦੀਆਂ ਕਿ ਨਹੀਂ ਰੱਖਦੀਆਂ। ਸਵਾਲ ਇਹ ਵੀ ਉੱਠਦੇ ਪਏ ਹੈਗੇ। ਸਿੱਖ ਬੁੱਧੀ ਜੀਵਨ ਦੀ ਰਾਏ ਹੈ ਕਿ ਕੌਮ ਦੇ ਹਿੱਤਾਂ ਦੀ ਰਾਖੀ ਉਸ ਦੀ ਗੱਲ ਪਹਿਲਾਂ ਹੋਣੀ ਚਾਹੀਦੀ ਹੈ। ਪ੍ਰਾਪਤੀਆਂ ਦਾ ਗੁਣਗਾਨ ਛੱਡ ਕੇ ਚੁਣੌਤੀਆਂ ਲਈ ਪਲਾਨ ਬਣੇ, ਇਹ ਵੀ ਸਿੱਖ ਬੁੱਧੀਜੀਵੀ ਕਹਿ ਰਹੇ। ਤੇ ਸਾਡਾ ਖਾਸ ਮਹਿਮਾਨ ਮੌਜੂਦ ਹੋਣ ਕੇ ਇਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ। ਹਰਦੀਪ ਸਿੰਘ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਗਏ। ਹਰਦੀਪ ਸਿੰਘ ਐਸਜੀਪੀਸੀ ਦੇ ਆਜ਼ਾਦ ਤੌਰ ਤੇ ਮੈਂਬਰ ਹੈ ਤੇ ਹਰਦੀਪ ਸਿੰਘ ਹਰਾਂ ਦਾ ਲੰਬਾ ਤਜਰਬਾ, ਅਕਸਰ ਬੇਬਾਕੀ ਨਾਲ ਇਹਨਾਂ ਸਾਰੇ ਵਿਸ਼ਿਆਂ ਤੇ ਬੋਲਦੇ ਰਹਿੰਦੇ ਆ। ਹਰਦੀਪ ਸਿੰਘ ਦੇ ਵਿਚਾਰਾਂ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਐਸਜੀਪੀਸੀ ਦਾ ਪ੍ਰਬੰਧਨ ਹੈ ਜਾਂ ਐਸਜੀਪੀਸੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਕਿੰਨੀ ਸਿਰੇ ਚੜੀ ਹੈ। ਹਰਦੀਪ ਸਿੰਘ ਜੀ, ਸਰ ਬਹੁਤ ਸਵਾਗਤ ਹੈ ਸਰ ਤੁਹਾਡਾ। ਧੰਨਵਾਦ ਜੀ। ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ। ਤੁਹਾਡੀ ਫਤਿਹ ਪ੍ਰਵਾਨ ਹੈ ਜੀ ਹਰਦੀਪ ਸਿੰਘ ਜੀ। ਹਰਦੀਪ ਸਿੰਘ ਜੀ, ਮੈਂ ਬੜੇ ਸਧਾਰਨ ਸਵਾਲ ਕਰੂੰਗਾ ਸਰ। ਸਧਾਰਨ ਸਵਾਲ ਦੇ ਵਿੱਚ ਪਹਿਲਾ ਮੇਰਾ ਸਧਾਰਨ ਸਵਾਲ ਹੈ ਸਰ, ਐਸਜੀਪੀਸੀ ਦੀਆਂ 100 ਵਰ੍ਹੇ ਪੂਰੇ ਹੋਣ ਤੇ ਮੁਬਾਰਕ ਦਾ ਹੱਕਦਾਰ ਕੌਣ ਕੌਣ ਹੈ ਸਰ? ਮੈਂ ਕਹਾਂ ਕਿ ਮੁਬਾਰਕ ਵਾਲੀ ਕੋਈ ਗੱਲ ਨਹੀਂ। ਗੱਲ ਉਹ ਸਾਡੇ ਬਜ਼ੁਰਗ, ਮੈਂ ਕਹਾਂ ਕਿ ਉਹ ਮੁਬਾਰਕ ਦੇ ਹੱਕਦਾਰ ਨੇ ਜਿਨ੍ਹਾਂ ਨੇ 1920 ਦੇ ਵਿੱਚ ਉਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਵਾਏ। ਉੱਥੇ ਜਿਹੜੇ ਅਨਮਤੀਆਂ ਦਾ ਪ੍ਰਭਾਵ ਸੀ ਉਸ ਨੂੰ ਦੂਰ ਕਰਕੇ ਗੁਰਮਤ ਦਾ ਪਸਾਰ ਜਿਹੜਾ ਹੈਗਾ ਉਹ ਗੁਰਸਥਾਨਾਂ ਤੇ ਹੋਇਆ। ਉਹ ਬਜ਼ੁਰਗ ਸਾਡੇ ਮੁਬਾਰਕ ਦੇ ਹੱਕਦਾਰ ਨੇ ਤੇ ਉਹ ਲੋਕ ਮੁਬਾਰਕ ਦੇ ਹੱਕਦਾਰ ਹੋ ਸਕਦੇ ਨੇ ਜਿਹੜੇ ਉਸ ਸੋਚ ਦੇ ਉੱਤੇ ਚੱਲਦੇ। ਠੀਕ ਹੈ ਹਰਦੀਪ ਸਿੰਘ ਜੀ, 1920 ਤੋਂ ਬਾਅਦ 2020 ਤੱਕ, 1920 ਤੋਂ ਬਾਅਦ ਕਿਹੜੇ ਦੌਰ ਤੱਕ ਸਰ ਮੁਬਾਰਕ ਦੇ ਹੱਕਦਾਰ ਹੈ ਤੇ ਉਦੋਂ ਬਾਅਦ ਮੁਬਾਰਕਾਂ ਤੁਸੀਂ ਖੋ ਰਹੇ ਹੋ? ਕਿਹੜੇ ਸਾਲ ਤੱਕ ਸਰ? ਮੈਨੂੰ ਉਹ ਸਾਲ ਦੱਸ ਦਿਓ ਸਰ। ਨਹੀਂ, ਮੁਬਾਰਕ ਦੇ ਹੱਕਦਾਰ ਅੱਜ ਵੀ ਹੈ ਨੇ ਲੋਕ ਜਿਹੜੇ ਕਿ ਉਸ ਸੋਚ ਨੂੰ ਪਰਨਾਏ ਹੋਏ ਨੇ ਤੇ ਇਸ ਨੂੰ ਕੋਈ ਸਪੈਸੀਫਿਕ ਪੀਰੀਅਡ ਨਹੀਂ ਕਹਿ ਸਕਦੇ ਅਸੀਂ। ਸਮੇਂ ਦੇ ਉੱਤੇ ਕਮੀਆਂ ਕਮਜ਼ੋਰੀਆਂ ਰਹਿੰਦੀਆਂ ਆਈਆਂ ਨੇ ਤੇ ਲੇਕਿਨ ਅੱਜ ਜਿਹੜਾ ਹੈ ਅਸੀਂ ਧਰਾਤਲ ਵਿੱਚ ਜਾ ਚੁੱਕੇ ਹਾਂ। ਸਰ ਕਮਜ਼ੋਰੀਆਂ ਕੀ ਹੈ? ਕਮਜ਼ੋਰੀਆਂ ਦੇਖੋ, ਦੋ ਪੱਖ ਸਨ
ਜਿਸ ਵਜ੍ਹਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਪਹਿਲੀ ਗੱਲ ਸੀ ਕਿ ਇੰਡੀਵਿਜੂਅਲਸ ਜਿਹੜੇ ਕਿ ਮਨ ਆਈਆਂ ਕਰਦੇ ਨੇ, ਜਿਹੜੇ ਕਿ ਮਿਸਮੈਨੇਜਮੈਂਟ ਕਰਦੇ ਨੇ, ਉਹਨਾਂ ਦੇ ਹੱਥਾਂ ਚੋਂ ਪ੍ਰਬੰਧ ਲੈ ਕੇ ਸੰਗਤ ਨੂੰ ਪ੍ਰਬੰਧ ਦੇਣਾ, ਇੱਕ ਟਰਾਂਸਪੇਰੈਂਟ ਤੇ ਯੋਗ ਪ੍ਰਬੰਧ ਦੇਣਾ। ਪਹਿਲੀ ਚੀਜ਼ ਤਾਂ ਇਹ ਪ੍ਰਬੰਧ ਸੰਬੰਧੀ ਹੈ। ਦੂਸਰੀ ਗੱਲ ਸੀ ਕਿ ਜਿਹੜਾ ਗੁਰਮਤ ਦਾ ਫਲਸਫਾ ਜਦੋਂ ਅਲੋਪ ਹੋ ਜਾਵੇ, ਅਨਮਤੀਆਂ ਦਾ, ਮਨਮਤੀਆਂ ਦਾ, ਉੱਥੇ ਜਿਹੜਾ ਹੈ ਉਹ ਆਪਣੀ ਸੋਚ ਵਿਚਾਰ ਜਿਹੜੀ ਹੈ, ਹੋਰ ਵਿਚਾਰਾਂ ਜਿਹੜੀਆਂ ਨੇ ਉੱਥੇ ਆਪਣਾ ਪ੍ਰਭਾਵ ਦੇਣ ਲੱਗ ਪੈਣ, ਉਸ ਤੋਂ ਛੁਟਕਾਰਾ ਪਾਇਆ ਸੀ। ਤੇ ਇਹਦੇ ਵਿੱਚੋਂ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਨਿਕਲੀ, ਉੱਥੇ ਗੁਰਮਤ ਚੇਤਨਾ ਲਹਿਰ ਨਿਕਲੀ, ਉੱਥੇ ਸਿੰਘ ਸਭਾ ਲਹਿਰ ਨਿਕਲੀ। ਉੱਥੇ ਜਿਹੜੀਆਂ ਚੀਜ਼ਾਂ ਗੁਰਮਤ ਦੇ ਅਨੁਸਾਰ ਨਹੀਂ ਸਨ, ਉਹਨਾਂ ਨੂੰ ਦੂਰ ਕਰਕੇ ਗੁਰਮਤ ਦਾ ਜਿਹੜਾ ਹੈਗਾ ਉਹ ਪ੍ਰਸਾਰ ਕਰਨ ਦਾ ਯਤਨ ਕੀਤਾ ਗਿਆ। ਇਹ ਦੋਹਾਂ ਪੱਖਾਂ ਤੋਂ ਹੀ ਅੱਜ ਅਸੀਂ ਫੇਰ ਜੋ ਹਾਂ ਉਹ ਬਹੁਤ ਪਿੱਛੇ ਆਣ ਬੈਠੇ ਹਾਂ। ਅੱਜ ਦੇ ਦਿਨ ਅਸੀਂ ਕੋਈ ਤਬਦੀਲੀ ਦੀ ਫੇਰ ਗੱਲ ਕਰਦੇ ਹਾਂ, ਫੇਰ ਕਿਤੇ ਨਾ ਕਿਤੇ ਮਨ ਵਿੱਚ ਇਹ ਆਉਂਦਾ ਹੈ ਕਿ ਜੋ 1920 ਦੇ ਹਾਲਾਤ ਸੀ, 100 ਸਾਲ ਬਾਅਦ ਅੱਜ ਫੇਰ ਉਹੋ ਜਿਹੇ ਹਾਲਾਤ ਬਣ ਗਏ। ਉਹ ਹਾਲਾਤ ਇਕੱਲੇ ਪ੍ਰਬੰਧਕ ਜਿਹੜੇ ਨੇ ਉਹ ਮਨਾਈਆਂ ਕਰਦੇ ਨੇ ਜਾਂ ਜੋ ਹੈ ਇਹ ਕਿ ਪ੍ਰਬੰਧ ਚੰਗਾ ਨਹੀਂ ਹੈ, ਕੱਲੀ ਇਹੋ ਗੱਲ ਨਹੀਂ ਹੈ। ਮਿਸਮੈਨੇਜਮੈਂਟ ਹੋ ਰਹੀ ਹੈ, ਕੱਲੀ ਇਹੋ ਹੀ ਗੱਲ ਨਹੀਂ ਹੈ। ਅੱਜ ਫੇਰ ਜੋ ਹੈ ਮੁੜ ਕੇ ਅਨਮਤ ਦਾ ਪ੍ਰਭਾਵ ਉਹ ਦਿਨ ਬ ਦਿਨ ਭਾਰੂ ਹੁੰਦਾ ਜਾ ਰਿਹਾ ਹੈ। ਇਸ ਪੱਖ ਨੂੰ ਧਿਆਨ ਵਿੱਚ ਲਿਆਉਣਾ ਇਹ ਵੀ ਬਰਾਬਰ ਦਾ ਲਾਜ਼ਮੀ ਹੈ। ਜਿੰਨਾ ਹੈ ਕਿ ਅਗਰ ਅਸੀਂ ਫੇਸਿਸ ਚੇਂਜ ਕਰਨ ਦੀ ਗੱਲ ਕਹੀਏ, ਇੱਕ ਧਿਰ ਨੂੰ ਚੇਂਜ ਕਰਨ ਦੀ ਗੱਲ ਕਹੀਏ, ਫੇਰ ਦੂਸਰੀ ਧਿਰ ਆਉਣ ਦੀ ਗੱਲ ਨਹੀਂ, ਸੰਗਤੀ ਪ੍ਰਬੰਧ ਕਿਸ ਤਰ੍ਹਾਂ ਹੋਵੇ ਇਸ ਪੱਖ ਤੇ ਜਾਣ ਦੀ ਜ਼ਰੂਰਤ ਹੈ। ਦੂਸਰੀ ਗੱਲ ਕਿ ਜੇ ਗੁਰਮਤ ਦਾ ਪ੍ਰਭਾਵ ਉਹ ਦਿਨ ਬ ਦਿਨ ਖਤਮ ਹੁੰਦਾ ਜਾ ਰਿਹਾ, ਗੁਰੂ ਨਾਨਕ ਪਾਤਸ਼ਾਹ ਉਸ ਸੋਚ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ, ਅਨਮਤੀਆਂ ਦਾ ਪ੍ਰਭਾਵ ਜੇ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਉਸ ਚੀਜ਼ ਨੂੰ ਵੀ ਜੋ ਹੈ ਵਿਚਾਰਨ ਦੀ ਜ਼ਰੂਰਤ ਹੈ ਤੇ ਗੁਰਬਾਣੀ, ਗੁਰਮਤ ਫਲਸਫੇ ਦੇ ਅਨੁਸਾਰੀ ਹੋ ਕੇ ਜਿਹੜਾ ਹੈਗਾ ਇੱਕ ਸੇਧ ਦੇਣ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤੁਸੀਂ ਸੰਗਤੀ ਪ੍ਰਬੰਧ ਦਾ ਜ਼ਿਕਰ ਕੀਤਾ ਹਰਦੀਪ ਸਿੰਘ ਜੀ, ਸੰਗਤੀ ਪ੍ਰਬੰਧ ਦਾ ਜ਼ਿਕਰ ਕਰਦਿਆਂ ਤੁਸੀਂ ਇਹ ਕਹਿ ਰਹੇ ਹੋ ਕਿ ਸਿਆਸੀ ਗਲਬੇ ਚੋਂ ਮੁਕਤ ਹੋਣੀ ਚਾਹੀਦੀ ਹੈ ਐਸਜੀਪੀਸੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਸਰ? ਜਾਂ ਪਰਿਵਾਰ ਹੈ ਜਿਹੜਾ ਉਸ ਤੋਂ ਮੁਕਤੀ ਚਾਹੁੰਦੇ ਹੋ ਸਰ ਤੁਸੀਂ, ਜਿਹੜਾ ਪਰਿਵਾਰ ਵਾਲੇ ਸਵਾਲ ਵਾਰ-ਵਾਰ ਉੱਠਦੇ ਆ, ਤੁਹਾਡਾ ਕਹਿਣ ਦਾ ਮਤਲਬ ਕੀ ਹੈ ਸਰ? ਸੰਗਤੀ ਪ੍ਰਬੰਧ ਦਾ ਮਤਲਬ ਮੈਂ ਕੀ ਸਮਝਾਂ ਸਰ? ਮੈਂ ਪ੍ਰਬੰਧ ਵਜੋਂ ਜੇ ਕਹਾਂ, ਤੁਸੀਂ ਦੋ ਪੱਖ ਕਹੇ ਨੇ। ਇੱਕ ਤਾਂ ਹੈ ਕਿ ਇੱਕ ਪਰਿਵਾਰ ਦੇ ਗਲਬੇ ਚੋਂ ਮੁਕਤ ਹੋਣਾ, ਇਹ ਵੀ ਬਹੁਤ ਲਾਜ਼ਮੀ ਗੱਲ ਹੈ। ਦੂਸਰੀ ਗੱਲ ਤੁਸੀਂ ਕਹੀ ਹੈ ਕਿ ਰਾਜਨੀਤੀ ਦੇ ਗਲਬੇ ਚੋਂ ਮੁਕਤ ਹੋਣਾ, ਇਹ ਉਸ ਤੋਂ ਵੀ ਵੱਡੀ ਗੱਲ ਹੈ। ਕਿਉਂਕਿ ਇੱਕ ਰਾਜਨੀਤਿਕ ਧਿਰ ਨੂੰ ਪਿੱਛੇ ਕਰਕੇ ਦੂਜੀ ਰਾਜਨੀਤਿਕ ਧਿਰਾਂ ਜੇ ਅੱਗੇ ਆਉਣ ਦੀ ਗੱਲ ਕਰਨਗੀਆਂ ਤਾਂ ਵੀ ਗੱਲ ਨਹੀਂ ਬਣਨੀ। ਦੋਹੇ ਪੱਖ ਜ਼ਰੂਰੀ ਨੇ। ਲੇਕਿਨ ਜੇ ਪ੍ਰਬੰਧਕੀ ਸੁਧਾਰ ਦੀ ਅਸੀਂ ਗੱਲ ਕਹੀਏ, ਉਹ ਤਦ ਹੋ ਸਕਣਾ ਹੈ ਜੇਕਰ ਸੰਗਤ ਦੀ ਇਨਵੋਲਵਮੈਂਟ ਹੋਵੇ। ਉਹਦੇ ਲਈ ਤੀਸਰਾ ਅਹਿਮ ਪੱਖ ਹੈ ਕਿ ਗੁਰਦੁਆਰਾ ਐਕਟ ਬਹੁਤ ਫਾਲਟੀ ਹੈ, ਬਹੁਤ ਕਮਜ਼ੋਰ ਹੈ। ਇਸ ਦੇ ਵਿੱਚ ਐਸੀਆਂ ਮਦਾਂ ਨੇ ਜਿਹਦੀ ਵਜ੍ਹਾ ਕਰਕੇ ਰਾਜਨੀਤੀ ਭਾਰੂ ਹੋਏਗੀ, ਜਿਹਦੀ ਵਜ੍ਹਾ ਕਰਕੇ ਇੱਕ ਪਰਿਵਾਰ ਭਾਰੂ ਹੋਣ ਦੀ ਫੇਰ ਸੰਭਾਵਨਾਵਾਂ ਬਣਨਗੀਆਂ। ਉਹ ਇਸ ਦੇ ਵਿੱਚੋਂ ਜੋ ਹੈ, ਕਿਉਂਕਿ ਇਹ ਜਿਹੜਾ ਐਕਟ ਹੈ ਇਹ ਮੈਂਬਰ ਤਾਂ 170 ਚੁਣਦਾ ਹੈ, 190 ਦਾ ਹਾਊਸ ਬਣਾਉਂਦਾ ਹੈ, ਲੇਕਿਨ ਸਾਰਾ ਕੁਝ ਜਿਹੜਾ ਹੈ ਉਹ ਚੰਦ ਹੱਥਾਂ ਵਿੱਚ ਦੇ ਦਿੰਦਾ ਹੈ। ਤੇ ਫਿਰ ਉਹ ਚੰਦ ਲੋਕ ਜਿਹੜੇ ਨੇ ਉਹ ਮੁਲਾਜ਼ਮਾਂ ਦੇ ਰਾਹੀਂ ਜਿਹੜਾ ਮਨ ਆਈਆਂ ਦਾ ਪ੍ਰਬੰਧ ਕਰਦੇ ਨੇ। ਇਹ ਅੱਜ ਦੀ ਜਿਹੜੀ ਪ੍ਰੋਬਲਮ ਦਾ ਸਹੀ ਪੱਖ ਮੁਲਾਂਕਣ ਇਹ ਹੋਵੇਗਾ, ਇਕੱਲਾ ਇੰਡੀਵਿਜੂਅਲਸ ਦੇ ਨੇਮ ਫੇਸ ਚੇਂਜ ਹੋਣ ਨਾਲ ਜਾਂ ਇੱਕ ਪੋਲੀਟੀਕਲ ਪਾਰਟੀ ਚੇਂਜ ਹੋ ਜਾਣ ਦੇ ਨਾਲ ਨਹੀਂ ਪੂਰਾ ਹੋਣਾ। ਐਕਟ ਦੀਆਂ ਜਿਹੜੀਆਂ ਖਾਮੀਆਂ ਨੇ, ਸੰਗਤ ਦੀ ਤਾਂ ਕਿਤੇ ਇਨਵੋਲਵਮੈਂਟ ਹੀ ਨਹੀਂ ਹੈ ਇਹਦੇ ਵਿੱਚ। ਮੈਂ ਤਦ ਹੀ ਕਹਿੰਦਾ, ਇਕੱਲਾ ਮਹੰਤਾਂ ਤੋਂ ਕਬਜ਼ਾ ਕਰਕੇ ਤੇ ਉਹ ਅਸੀਂ ਕੋਈ ਨਵੇਂ ਮਹੰਤ ਨਹੀਂ ਸੀ ਉੱਥੇ ਬਿਠਾਉਣ ਦੀ ਗੱਲ ਚੱਲੀ। ਉਦੋਂ ਸੀ ਕਿ ਇੰਡੀਵਿਜੂਅਲਿਜ਼ਮ ਜਿਹੜਾ ਹੈਗਾ ਉਹਨੂੰ ਉੱਥੋਂ ਦੂਰ ਕੀਤਾ ਜਾਵੇ ਤੇ ਸੰਗਤ ਦੇ ਚੁਣੇ ਨੁਮਾਇੰਦੇ, ਚੁਣੇ ਭਾਵ ਚੋਣ ਦੀ ਵੀ ਪ੍ਰੋਬਲਮ, ਜਿੱਦਾਂ ਮੈਂ ਐਕਟ ਦੀ ਗੱਲ ਕਰ ਰਿਹਾ, ਚੋਣ ਦਾ ਵੀ ਇੱਕ ਵਿਧਾਨ, ਗੁਰਮਤ ਦਾ ਵਿਧਾਨ ਜਿਹੜਾ ਹੈ ਉਹ ਹੈਗਾ ਸਿਲੈਕਸ਼ਨ ਦਾ, ਇਲੈਕਸ਼ਨ ਦਾ ਨਹੀਂ ਹੈ। ਤੇ ਜੇ ਦੇਖੀਏ ਤੇ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ 175 ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿੱਤੇ ਗਏ ਤੇ ਉਹ ਕੋਈ ਚੋਣ ਇਲੈਕਸ਼ਨ ਨਹੀਂ ਸੀ ਹੋਈ, ਉਹ ਸਿਲੈਕਸ਼ਨ ਦਾ ਵਿਧਾਨ ਹੈ। ਤੁਸੀਂ ਪਹਿਲੇ 5 ਸਾਲ ਦਾ ਜ਼ਿਕਰ ਕਰ ਰਹੇ ਹੋ, 1925 ਤੋਂ ਪਹਿਲਾਂ ਜ਼ਿਕਰ ਕਰ ਰਹੇ ਹੋ ਤੁਸੀਂ? ਹਾਂ, ਮੈਂ 1920 ਦਾ ਕਰ ਰਿਹਾ ਕਿਉਂਕਿ ਅੱਜ 2020 ਦੇ ਵਿੱਚ 100 ਸਾਲ ਇਸ ਦੇ ਮਨਾ ਰਹੇ ਹਾਂ ਅਸੀਂ।
ਹਾਂ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਊਂਗਾ। ਹਰਦੀਪ ਸਿੰਘ ਜੀ, ਤੁਸੀਂ ਐਕਟ ਦਾ ਮਸਲਾ ਚੁੱਕਿਆ ਤੇ ਐਕਟ ਦੇ ਮਸਲੇ ਦੇ ਵਿਚਾਲੇ ਬਹੁਤ ਸਾਰੇ ਸਵਾਲ ਹੈ। ਐਕਟ ਅਸੀਂ ਆਪ ਲਿੱਤਾ ਸੀਗਾ, ਮੰਗ ਕੇ ਲਿੱਤਾ ਸੀਗਾ, ਹੁਣ ਐਕਟ ਦੇ ਵਿੱਚ ਖਾਮੀਆਂ ਹੈਗੀਆਂ। ਐਕਟ ਦੇ ਨਾਲ ਜਿਹੜੀ ਸਿਆਸੀ ਗਲਬਾ ਹੈਗਾ ਉਹ ਭਾਰੂ ਰਹੂਗਾ, ਇਹ ਹਰਦੀਪ ਸਿੰਘ ਹਰੀ ਕਹਿ ਰਿਹਾ। ਬ੍ਰੇਕ ਤੋਂ ਵਾਪਸ ਆ ਕੇ ਇਹ ਸਾਰੇ ਸਵਾਲ ਹੋਣਗੇ ਜ਼ਰੂਰ ਕਿ ਪ੍ਰਬੰਧਨ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ, ਪਲਾਨ ਕੀ ਕੀਤਾ ਜਾ ਸਕਦਾ, ਚੈਲੰਜਸ ਕੀ ਹੈ, ਕੀ ਹੈ। ਮਾਣਮੱਤਾ ਇਤਿਹਾਸ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਮੋਰਚੇ ਲਾ ਕੇ ਇਹ ਸਭ ਕੁਝ ਹਾਸਲ ਕੀਤਾ ਗਿਆ, ਪਰ ਉਸ ਹਾਸਲ ਤੋਂ ਬਾਅਦ 100 ਸਾਲ ਬਾਅਦ ਅਸੀਂ ਕਿੱਥੇ ਖੜੇ? ਸਵਾਲ ਇਹੀ ਹੈ। ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜਰੂਰ। ਹਰਦੀਪ ਸਿੰਘ ਜੀ, ਸਰ ਤੁਸੀਂ ਗੁਰਦੁਆਰਾ ਐਕਟ ਦਾ ਜ਼ਿਕਰ ਕਰ ਰਹੇ ਸੀਗੇ। ਸਰ ਗੁਰਦੁਆਰਾ ਐਕਟ ਮੰਗਿਆ ਗਿਆ ਸੀਗਾ ਜਾਂ ਮੜਿਆ ਗਿਆ? ਦੇਖੋ, ਅਸੀਂ 1920 ਦੀ ਸਥਿਤੀ ਨੂੰ ਪਹਿਲਾਂ ਵੇਖੀਏ, ਜਿਸ ਨੂੰ 100 ਸਾਲ ਹੋਏ ਨੇ। 1920 ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਜਦੋਂ ਦਰਬਾਰ ਸਾਹਿਬ ਗੁਰਸਿੱਖ ਜਾ ਕੇ ਅਰਦਾਸ ਕਰਦੇ ਨੇ ਤੇ ਪਹਿਲੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਨਾ ਸਹਿਮਤੀ ਹੁੰਦੀ ਹੈ ਤੇ ਉਹ ਚਲੇ ਜਾਂਦੇ ਨੇ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਉਹ ਕੋਈ ਐਕਟ ਨਹੀਂ ਹੈ, ਕੋਈ ਕਾਨੂੰਨੀ ਮਾਨਤਾ ਦੀ ਗੱਲ ਨਹੀਂ ਅਸੀਂ ਮੰਗ ਰਹੇ। ਆਪਣੇ ਆਪ ਗੁਰੂ ਕੇ ਸਿੱਖ ਜਿਹੜੇ ਨੇ ਸ਼੍ਰੋਮਣੀ ਕਮੇਟੀ ਬਣਾਉਂਦੇ ਨੇ, ਉਹਦੇ ਵਿੱਚੋਂ ਅਕਾਲੀ ਦਲ ਨਿਕਲਦਾ ਹੈ। ਫਿਰ ਜਿਹੜਾ ਹੈ ਵੱਖ-ਵੱਖ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਦੀ ਗੱਲ ਜਦੋਂ ਆਉਂਦੀ ਹੈ ਤੇ ਉਦੋਂ ਜਦੋਂ ਜਥੇ ਜਾਂਦੇ ਨੇ, ਉੱਥੇ ਮਹੰਤਾਂ ਦੇ ਨਾਲ ਗੱਲਬਾਤ ਰਾਹੀਂ ਜਾਂ ਜਿਵੇਂ ਵੀ ਪ੍ਰਬੰਧ ਉਹਨਾਂ ਤੋਂ ਵਾਪਸ ਲੈਣ ਦੀ ਗੱਲ ਕਰਦੇ ਨੇ। ਇਸ ਦੇ ਨਾਲ ਕਈ ਥਾਈਂ ਕੌਨਫਲਿਕਟਸ ਹੋਏ, ਕਈ ਥਾਵਾਂ ਦੇ ਉੱਤੇ ਜਿਹੜੀ ਹੈਗੀ ਹੈ ਉਹ ਆਪਸ ਦੇ ਵਿੱਚ ਝਗੜੇ ਵੀ ਹੋਏ ਨੇ। ਜਿਵੇਂ ਨਨਕਾਣਾ ਸਾਹਿਬ ਦੀ ਗੱਲ ਕਰੀਏ, ਉੱਥੇ ਜਿਹੜਾ ਹੈਗਾ ਨਰੈਣੂ ਮਹੰਤ ਦੇ ਨਾਲ ਜਿਹੜਾ ਹੈ ਉਹ ਝਗੜਾ ਹੋਇਆ। 150 ਦੇ ਕਰੀਬ ਗੁਰਸਿੱਖ ਜਿਹੜੇ ਨੇ ਉਸ ਵਿੱਚ ਸ਼ਹੀਦ ਹੋਏ। ਤੇ ਇਹ ਜਿਹੜੀ ਸਥਿਤੀ ਅਨਰੈਸਟ ਦੀ ਸਥਿਤੀ ਬਣਦੀ ਸੀਗੀ, ਉਸ ਨੂੰ ਵੇਖਦਿਆਂ ਸਰਕਾਰ ਨੇ ਜਿਹੜਾ ਹੈਗਾ ਉਹ ਕਿਹਾ ਕਿ ਇਸ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਂਦਾ ਜਾਏਗਾ। ਇਹਦੀ ਮੰਗ ਨਹੀਂ ਕੀਤੀ ਗਈ ਕਦੇ ਵੀ। ਔਰ ਉਹਨਾਂ ਨੇ ਜਦੋਂ ਐਕਟ ਬਣਾਇਆ, ਇਸ ਨੂੰ ਤਾਰਾ ਸਿੰਘ MLC ਹੈਗੇ ਨੇ ਜਿਹੜੇ, ਉਹਨਾਂ ਨੇ ਪੇਸ਼ ਕੀਤਾ ਐਕਟ ਨੂੰ ਮਈ 1925 ਦੇ ਵਿੱਚ। ਉਸ ਤੋਂ ਪਹਿਲਾਂ ਕੋਈ ਐਕਟ ਨਹੀਂ। ਉਸ ਤੋਂ ਪਹਿਲਾਂ ਅਸੀਂ ਆਪਣਾ ਪ੍ਰਬੰਧ ਆਪ ਕਰਨਾ ਚਾਹੁੰਦੇ ਪਏ ਹਾਂ। ਔਰ ਫਿਰ ਇਹ ਜਦੋਂ ਉਸ ਸਮੇਂ ਦੇ ਦੌਰਾਨ ਬੜੀਆਂ ਸ਼ਹੀਦੀਆਂ ਹੋਈਆਂ, ਉਹ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲੈਣ ਲਈ, ਬੜੀਆਂ ਗ੍ਰਿਫਤਾਰੀਆਂ ਹੋਈਆਂ ਉਹ ਵੱਖ-ਵੱਖ ਥਾਵਾਂ ਦੇ ਪ੍ਰਬੰਧ ਲੈਣ ਦੇ ਲਈ। ਇੱਕ ਜਿਹੜਾ ਹੈਗਾ ਉਹ ਜਿਹੜੀ ਸੋਚ ਮਹੰਤਾਂ ਦੀ ਸੋਚ ਸੀ ਤੇ ਇੱਕ ਗੁਰਸਿੱਖਾਂ ਦੀ ਸੋਚ, ਉਸ ਦੇ ਵਿੱਚ ਕੌਨਫਲਿਕਟ ਆਇਆ। ਜਦੋਂ ਇਹ ਐਕਟ ਬਣਾਇਆ ਗਿਆ ਤੇ ਬ੍ਰਿਟਿਸ਼ਰਸ ਨੇ ਕਿਹਾ ਕਿ ਇਸ ਨੂੰ ਤੁਸੀਂ ਜਿਹੜਾ ਹੈ ਐਕਸੈਪਟ ਕਰੋ, ਅਦਰਵਾਈਜ਼ ਜਿਹੜਾ ਹੈਗਾ ਕਿ ਤੁਹਾਨੂੰ ਜਿਹੜਾ ਹੈ ਜੇਲ੍ਹਾਂ ਤੋਂ ਨਹੀਂ ਕੱਢਿਆ ਜਾਏਗਾ। ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹਾਂ ਕਿ ਜਿਸ ਵਕਤ ਐਕਟ ਬਣਾਇਆ ਜਾਂਦਾ ਹੈ, ਉਸ ਵਕਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜਿਹੜੀ ਹੈਗੀ ਹੈ ਗੈਰ ਕਾਨੂੰਨੀ ਸੰਸਥਾ ਹੈ, ਆਊਟਲਾਡ ਜਿਹੜੀ ਆਰਗੇਨਾਈਜੇਸ਼ਨ ਹੈ ਉਸ ਵਕਤ। ਬਿਲਕੁਲ ਠੀਕ ਹੈ। ਇਸ ਨਾਮ ਨੂੰ ਵੀ ਨਹੀਂ ਪ੍ਰਵਾਨ ਕੀਤਾ ਗਿਆ। ਦੇਖੋ 5 ਸਾਲ ਤੇ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਪਾਸ ਕਰਾਉਣ ਦੇ ਲਈ ਲੱਗ ਗਏ। ਜਦੋਂ ਉਹਨਾਂ ਨੇ ਐਕਟ ਬਣਾਇਆ, ਡਰਾਫਟ ਦਿੱਤਾ, ਉਸ ਵਿੱਚ ਸਿੱਖਾਂ ਦੀਆਂ ਉਸ ਵਕਤ ਤੱਕ 2 ਰਾਇਆਂ ਬਣ ਚੁੱਕੀਆਂ ਸੀ। ਉਹ ਆਪਣਾ ਸਰ ਮਕਾਲਮ ਹੈਲੀ ਕਹਿੰਦਾ ਹੈ ਵੀ ਜੇ ਇਹ ਪ੍ਰਬੰਧ ਚਾਹੁੰਦੇ ਨੇ, ਇਹ ਐਕਟ ਜਿਹੜਾ ਹੈਗਾ ਇਹ ਚਾਹੁੰਦੇ ਨੇ, ਹੁਣ ਇਹ ਆ ਗਏ ਨੇ ਕਿ ਪਹਿਲਾਂ ਅਸੀਂ ਕਹਿੰਦੇ ਐਕਟ ਦੇ ਥੱਲੇ ਲੈ ਕੇ ਆਓ, ਹੁਣ ਕੱਲੀ ਇਹ ਮੰਗ ਕਰਦੇ ਨੇ ਕਿ ਇਸ ਵਿੱਚ ਇਹ ਚੇਂਜਸ ਕਰੋ, ਹੁਣ ਇਹ ਬਦਲਾਵ ਕਰੋ। ਉਹ ਕਹਿੰਦੇ ਵੀ ਜੋ ਕਹਿੰਦੇ ਨੇ ਬਦਲਾਵ ਕਰ ਦਿਓ ਤੇ ਇਹ ਆਪਸ ਉਸ ਤੋਂ ਬਾਅਦ ਜਿਹੜਾ ਹੈ ਆਪਸ 'ਚ ਹੀ ਲੜਨਾ ਸ਼ੁਰੂ ਕਰ ਦੇਣਗੇ। ਇਹ ਮਕਾਲਮ ਹੈਲੀ ਉਸ ਵਕਤ ਦਾ ਗਵਰਨਰ ਹੈ ਜਿਹੜਾ ਜੀ, ਉਸਨੇ ਇਹ ਜਿਹੜੀ ਹੈ ਮਤਲਬ ਉਸ ਦੀ ਇਹ ਟਿੱਪਣੀ ਹੈ। ਸੋ ਮੇਰੇ ਕਹਿਣ ਦਾ ਭਾਵ ਕਿ ਇਸ ਦੌਰਾਨ ਸਿੱਖਾਂ ਦੀਆਂ 2 ਰਾਇਆਂ ਬਣਨ ਲੱਗ ਪਈਆਂ। ਇੱਕ ਸਰਦਾਰ ਬਹਾਦਰ ਮਹਿਤਾਬ ਸਿੰਘ ਹੋਰਾਂ ਦਾ ਗਰੁੱਪ, ਤੇ ਜਦੋਂ 5 ਮੈਂਬਰੀ ਕਮੇਟੀ ਬਣਦੀ ਹੈ ਉਦੋਂ ਬਾਵਾ ਬੇਦੀ ਜੀ ਕੇਵਲ ਉਹ ਜਿਹੜਾ ਹੈ ਸਰਕਾਰੀ ਪੱਖ ਨਾਲ ਸਹਿਮਤ ਹੁੰਦੇ ਨੇ, ਬਾਕੀ 4 ਜਿਹੜੇ ਮੈਂਬਰਸ ਨੇ ਉਹ ਜਿਹੜੇ ਨੇ ਉਹਨਾਂ ਦੀ ਸਰਕਾਰੀ ਮੀਟਿੰਗਾਂ ਵਿੱਚ ਪਹੁੰਚਦੇ ਹੀ ਨਹੀਂ ਨੇ। ਫਿਰ ਜਦੋਂ 36 ਮੈਂਬਰਸ ਤੋਂ ਇਸ ਦੀ ਪ੍ਰਵਾਨਗੀ ਲੈਣ ਦੀ ਗੱਲ ਤੁਰਦੀ ਹੈ ਤਾਂ 20 ਮੈਂਬਰਸ ਇਸ ਨੂੰ ਅਪਰੂਵ ਕਰਕੇ ਜੇਲ੍ਹਾਂ ਤੋਂ ਬਾਹਰ ਆ ਜਾਂਦੇ ਨੇ, ਲੇਕਿਨ 16 ਮੈਂਬਰ ਜਿਹਦੇ ਭਾਈ ਤੇਜਾ ਸਿੰਘ ਸਮੁੰਦਰੀ ਤੇ ਹੋਰ ਜਿਹੜੇ ਨੇ ਮੁੱਖ ਸੱਜਣ ਨੇ, ਉਹ ਗੁਰਸਿੱਖਾਂ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਸੋ ਇਸ ਤਰੀਕੇ ਨਾਲ ਐਕਟ ਹੋਂਦ ਵਿੱਚ ਆਇਆ। ਇਸ ਦੀ ਮੰਗ ਨਹੀਂ ਕਦੇ ਕੀਤੀ ਗਈ
ਅਸੀਂ ਆਪਣਾ ਪ੍ਰਬੰਧ ਆਪ ਬਣਾਇਆ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਹਿਲੀ ਬਣੀ ਹੈ ਉਹ ਖੁਦ ਮੁਖਤਿਆਰ ਸੰਸਥਾ ਬਣੀ ਹੈ ਸਿੱਖਾਂ ਦੀ, ਨਾ ਕਿ ਕਿਸੇ ਕਾਨੂੰਨ ਦੇ ਤਹਿਤ। ਔਰ ਜੇ ਮੈਂ ਕਹਾਂ ਕਿ ਮੈਂ ਬਹੁਤ ਲੰਬੇ ਸਮੇਂ ਤੋਂ ਇਹ ਗੱਲ ਕਰਦਾ ਪਿਆ, ਤਕਰੀਬਨ ਮੈਨੂੰ 15 ਸਾਲ ਹੋ ਗਏ, ਔਰ ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਇਸ ਗੱਲ ਤੇ ਬਹੁਤ ਨਾਰਾਜ਼ ਹੁੰਦੇ ਸੀ ਕਿ ਤੁਸੀਂ ਕੀ ਗੱਲ ਕਰਦੇ ਹੋ, ਇਹ ਤਾਂ ਬੜੀ ਕੁਰਬਾਨੀਆਂ ਨਾਲ ਸੰਸਥਾ ਬਣਾਈ ਹੈ। ਕੁਰਬਾਨੀਆਂ ਨਾਲ ਸੰਸਥਾ ਬਣਾਈ ਹੈ, ਐਕਟ ਨਹੀਂ ਬਣਾਇਆ ਹੈਗਾ ਕੁਰਬਾਨੀਆਂ ਤੇ। ਐਕਟ ਤੇ ਸਾਡੇ ਲਈ ਉਸ ਵਕਤ ਵੀ ਗੁਰਸਿੱਖਾਂ ਨੇ ਇਹ ਸਮਝਿਆ ਸੀ ਕਿ ਇਹ ਸਾਡੇ ਲਈ ਪ੍ਰੋਬਲਮਸ ਕ੍ਰੀਏਟ ਕਰੇਗਾ, ਔਰ ਅੱਜ ਦੀ ਪ੍ਰੋਬਲਮ ਦੀ ਜੜ ਹੈ ਜਿਹੜੀ ਉਹ ਇਹ ਐਕਟ ਹੀ ਹੈ ਕਿ ਅਸੀਂ ਆਪਣੀ ਦਾੜੀ ਹੋਰਾਂ ਦੇ ਹੱਥ ਫੜਾਤੀ, ਅਸੀਂ ਕਾਨੂੰਨੀ ਦਾਇਰੇ ਦੇ ਤਹਿਤ ਆ ਗਏ ਤੇ ਅੱਜ ਤਰਲੇ ਮਿੰਨਤਾਂ ਕਰਦੇ ਪਏ ਹਾਂ ਕਿ ਸਾਨੂੰ ਜਿਹੜੀ ਹੈ ਜੀ ਇਹ ਸ਼੍ਰੋਮਣੀ ਗੁਰਦੁਆਰਾ ਹਰਦੀਪ ਸਿੰਘ ਜੀ ਚੋਣ ਕਰਵਾ ਦਿਓ। ਹਰਦੀਪ ਸਿੰਘ ਜੀ, ਤੁਸੀਂ ਬੜਾ ਵਿਸਥਾਰ ਚ ਦੱਸਿਆ ਗੁਰਦੁਆਰਾ ਐਕਟ ਬਾਰੇ। ਮੇਰਾ ਸਵਾਲ ਇਹ ਹੈ ਸਰ, ਤੁਸੀਂ ਗੁਰਦੁਆਰਾ ਐਕਟ ਨੂੰ ਇਸ ਲਹਿਜੇ ਨਾਲ ਸੰਬੋਧਿਤ ਹੋ ਰਹੇ ਹੋ ਕਿ ਇਲੈਕਸ਼ਨ ਤੇ ਸਿਲੈਕਸ਼ਨ ਵਾਲਾ ਪ੍ਰੋਸੈਸ ਆ ਜਿਹੜਾ ਉਸ ਦੇ ਵਿਚਾਲੇ ਸਵਾਲ ਖੜੇ ਕੀਤੇ ਜਾ? ਬਹੁਤ ਸਾਰੀਆਂ ਗੱਲਾਂ ਨੇ, ਇਕੱਲੀ ਇਲੈਕਸ਼ਨ ਤੇ ਸਿਲੈਕਸ਼ਨ ਦਾ ਪੱਖ ਨਹੀਂ ਹੈ। ਸਿਲੈਕਸ਼ਨ ਦਾ ਪੱਖ ਅੱਜ ਦੇ ਦਿਨ ਸਾਡੇ ਲਈ ਔਖਾ ਵੀ ਹੋ ਜਾਏਗਾ, ਲੇਕਿਨ ਇਸ ਨੂੰ ਅਡਾਪਟ ਕੀਤੇ ਬਿਨਾ ਸਿੱਖਾਂ ਦੀ ਜਿਹੜੀ ਸਥਿਤੀ ਹੈ ਉਸ ਵਿੱਚ ਸੁਧਾਰ ਨਹੀਂ ਹੋ ਸਕਦਾ, ਕਿਉਂਕਿ ਅਸੀਂ ਇਲੈਕਸ਼ਨ ਸਿਸਟਮ ਜਿੱਥੇ ਸ਼ੁਰੂ ਹੋ ਗਿਆ ਉਹ ਗਲੀ ਗਲੀ ਝਗੜੇ ਹੋਣਗੇ। ਉਹ ਜਿਸ ਤਰੀਕੇ ਦੇਖਦੇ ਹੋ ਤੁਸੀਂ ਇਲੈਕਸ਼ਨਸ ਹੁੰਦੀਆਂ ਨੇ ਤੇ ਉਹ ਦੂਸਰੀਆਂ ਚੋਣਾਂ ਦੇ ਵਾਂਗ ਹੀ ਜਿਹੜਾ ਹੈਗਾ ਦੂਸ਼ਣਬਾਜ਼ੀਆਂ, ਮਾੜੇ ਦੌਰ ਆ ਦਿੱਲੀ ਦੇ ਹਾਲਾਤ। ਠੀਕ ਹੈ ਹਰਦੀਪ ਸਿੰਘ ਜੀ, ਸਰ ਗੁਰਦੁਆਰਾ ਐਕਟ 'ਚ ਫਿਰ ਹੁਣ ਤੁਸੀਂ ਚਾਹੁੰਦੇ ਕਿਉਂ? ਸੋਧ ਚਾਹੁੰਦੇ ਹੋ, ਕੀ ਚਾਹੁੰਦੇ ਹੋ, ਕਿ ਖਤਮ ਚਾਹੁੰਦੇ ਹੋ ਗੁਰਦੁਆਰਾ ਐਕਟ ਨੂੰ? ਕੀ ਚਾਹੁੰਦੇ ਹੋ ਫਿਰ? ਮੈਂ ਕਹਿੰਦਾ ਕਿ ਸੋਧ ਹੀ ਨਹੀਂ, ਇਹ ਸਾਰੇ ਸਿਸਟਮ ਨੂੰ, ਸਾਰੇ ਕੰਪਲੀਟ ਐਕਟ ਨੂੰ, ਜਿਹੜਾ ਸਾਰੇ ਸਿਸਟਮ ਨੂੰ ਜਿਹੜਾ ਹੈਗਾ ਉਹ ਰੀਸ਼ੇਪ ਕਰਨ ਦੀ ਜ਼ਰੂਰਤ ਹੈ। ਮੈਂ ਤੇ ਕਹਿੰਦਾ ਕਿ ਇਸ ਤੋਂ ਐਕਟ ਤੋਂ ਬਿਨਾ ਅਗਰ ਤੁਹਾਡਾ ਖੁਦ ਮੁਖਤਿਆਰ ਪ੍ਰਬੰਧ ਸਿੱਖਾਂ ਦਾ ਗੁਰਦੁਆਰਾ ਸਾਹਿਬਾਨ ਦੇ ਉੱਤੇ ਹੋਵੇ ਤੇ ਫਿਰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਜਿਸ ਤਰ੍ਹਾਂ ਸਰਬੱਤ ਖਾਲਸਾ ਸੰਸਥਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਸੰਸਥਾ ਹੈ, ਇਹ ਕਾਨੂੰਨ ਦੇ ਚੁਣੇ ਹੋਈ ਇੱਕ ਕਮੇਟੀ ਦੇ ਰਾਹੀਂ ਅਪਾਇੰਟਮੈਂਟ ਹੋਣੀ, ਇਹ ਸਭ ਦੁਸ਼ਵਾਰੀਆਂ ਦਾ ਕਾਰਨ ਇਹ ਗੱਲਾਂ ਨੇ। ਇਹ ਸਿਸਟਮ ਤੇ ਸਾਡਾ ਜਿਹੜਾ ਹੈਗਾ ਸਾਡਾ ਉਹ ਇਹ ਹੋਣਾ ਚਾਹੀਦਾ, ਇਸ ਨੂੰ ਰੀਸਟਰਕਚਰ ਕਰਨ ਦੀ ਲੋੜ ਹੈ ਮੈਂ ਕਹਾਂ। ਤੇ ਪਰ ਹਲੇ ਇੱਕ ਸੱਜਣ ਹਰ ਜਿਸ ਨੂੰ ਵੀ ਮੈਂ ਗੱਲ ਕਰਾਂ ਤੇ ਉਹ ਅੱਗੋਂ ਇਹੋ ਕਹਿੰਦਾ ਹੈ ਕਿ ਜੀ ਇਹ ਤਾਂ ਪੋਸੀਬਲ ਨਹੀਂ ਹੈ ਜੀ। ਅਰੇ ਪੋਸੀਬਲ ਤਾਂ ਤੁਸੀਂ ਹੋਰ ਬਹੁਤ ਸਾਰੀਆਂ ਐਸੀਆਂ ਗੱਲਾਂ ਕਰਦੇ ਪਏ ਹੋ ਕਿ ਜਿਹੜੀਆਂ ਪੋਸੀਬਲ ਹੀ ਨਹੀਂ ਕਦੇ ਹੈਗੀਆਂ, ਬਟ ਉਸ ਦੇ ਨਾਲ ਸਿਧਾਂਤਕ ਪੱਖ ਚੇਂਜ ਨਹੀਂ ਹੋ ਜਾਇਆ ਕਰਦੇ ਜੇ ਇਹ ਪੋਸੀਬਲ ਨਹੀਂ ਹੈਗੀ ਗੱਲ। ਭਾਵ ਮੇਰੇ ਕਹਿਣ ਦਾ ਕਿ ਜੇ ਹਾਲ ਦੀ ਘੜੀ ਤੁਹਾਡਾ ਐਕਟ ਤੋਂ ਤੁਸੀਂ ਬਾਹਰ ਨਹੀਂ ਵੀ ਹੋ ਸਕਦੇ, ਘੱਟੋ ਘੱਟ ਜਿਹੜੇ ਲੋਕ ਚੁਣ ਕੇ ਆਣ ਉਹਨਾਂ ਨੂੰ ਸਪਸ਼ਟਤਾ ਤਾਂ ਹੋਵੇ ਕਿ ਉਹ ਇਸੇ ਜਿਹੜਾ ਹੈਗਾ ਕਾਨੂੰਨੀ ਦਾਇਰੇ ਦੇ ਵਿੱਚ ਹੀ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੇ ਮਸਲਿਆਂ ਨੂੰ ਰੱਖਣਾ ਚਾਹੁੰਦੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਇਸੇ ਦੇ ਤਹਿਤ ਰੱਖਣਾ ਚਾਹੁੰਦੇ ਨੇ। ਇਸ ਹੁਣ ਦੇਖੋ ਕੀ ਹੈ, ਬਹੁਤ ਸਾਰੇ ਪੱਖ ਨੇ। ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਐਕਟ ਦੇ ਪ੍ਰਵਿਊ ਚ ਨਹੀਂ ਆਉਂਦਾ, ਜਥੇਦਾਰ ਨਹੀਂ ਆਉਂਦਾ, ਕਿਉਂਕਿ ਜਥੇਦਾਰ ਦੀ ਪਹਿਲੇ ਉਸ ਦੇ ਵਿੱਚ ਕੋਈ ਸਪੇਸ ਹੀ ਨਹੀਂ ਹੈਗੀ ਆ। ਜਥੇਦਾਰ ਦਾ ਨਾਮ ਜਿਹੜਾ ਉਹ ਹੈਡ ਮਿਨਿਸਟਰਸ ਨੂੰ 1952 ਦੇ ਨੇੜੇ ਤੋਂ ਉਦੋਂ ਤੋਂ ਲੈਣਾ ਸ਼ੁਰੂ ਕੀਤਾ ਗਿਆ ਹੈ। ਲੇਕਿਨ ਜਿਹੜੀ ਗੱਲ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਇੱਕ ਕਾਨੂੰਨੀ ਸੰਸਥਾ ਹੈ ਤੇ ਉਸ ਕਾਨੂੰਨੀ ਸੰਸਥਾ ਵੱਲੋਂ ਅਪਾਇੰਟਡ ਜਿਹੜਾ ਕੋਈ ਵੀ ਸੱਜਣ ਹੋਏਗਾ ਤੇ ਉਹ ਕਾਨੂੰਨ ਦੇ ਦਾਇਰੇ ਇੰਡਾਇਰੈਕਟ ਆ ਗਿਆ। ਵੇਅਰ ਐਜ਼ ਸ਼੍ਰੀ ਅਕਾਲ ਤਖਤ ਸਾਹਿਬ ਜਿਸ ਨੂੰ ਅਸੀਂ ਇੱਕ ਆਟੋਨਮਸ ਪੋਜੀਸ਼ਨ ਦਿੰਦੇ ਆ, ਉਸ ਦੀ ਗੱਲ ਕਰਦੇ ਆ ਤੇ ਉਹ ਨਹੀਂ ਰਹਿ ਜਾਂਦੀ। ਔਰ ਜਿਹੜੀ ਅੱਜ ਦੀ ਗੱਲ ਕਹੀਏ ਕਿ ਜਦੋਂ ਹਰ ਇੱਕ ਚੀਜ਼ ਕੋਈ ਚੇਂਜਸ ਕਰਨੀਆਂ ਨੇ ਤੇ ਤੁਹਾਨੂੰ ਉਹ ਦਿੱਲੀ ਤੋਂ ਪੁੱਛਣਾ ਪੈਂਦਾ ਹੈ। ਇੱਕ ਹੋਰ ਮੈਂ ਵੱਡਾ ਸਵਾਲ ਆਪ ਜੀ ਦੇ ਸਾਹਮਣੇ ਰੱਖਣਾ ਚਾਹਾਂ, ਉਹ ਇਹ ਹੈਗਾ ਕਿ ਇਹ ਜਿਹੜਾ ਗੁਰਦੁਆਰਾ ਐਕਟ 1925 ਹੈ, ਇਹ ਜਿਹੜਾ ਹੈਗਾ ਉਹ ਸਟੇਟ ਐਕਟ ਸੀਗਾ। ਲੇਕਿਨ ਜਦੋਂ ਵੰਡੀਆਂ ਪੈ ਗਈਆਂ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਜਦੋਂ ਪੰਜਾਬ 1966 ਚ ਰੀਆਰਗੇਨਾਈਜ਼ ਹੁੰਦਾ, ਉਦੋਂ ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹ ਸਭ ਵੱਖਰੇ ਹੋ ਗਏ ਪੰਜਾਬ ਤੋਂ। ਉਸ ਤੋਂ ਬਾਅਦ ਇਹ ਜਿਹੜਾ ਹੈ ਇੰਟਰਸਟੇਟ ਮੈਟਰ ਹੋਣ ਦੀ ਵਜ੍ਹਾ ਕਰਕੇ ਸੈਂਟਰ ਕੋਲ ਗਿਆ ਹੈ। ਇਹਨੂੰ ਵੇਖਣਾ ਚਾਹੀਦਾ। ਔਰ ਇੰਟਰਸਟੇਟ ਮੈਟਰ ਹੋ ਕੇ ਜਦੋਂ ਸੈਂਟਰ ਕੋਲ ਚਲਾ ਗਿਆ ਤੇ ਸੈਂਟਰ ਵਿੱਚ ਤਾਂ ਤੁਹਾਡੀ ਨੁਮਾਇੰਦਗੀ 13 ਦੀ ਹੈ, ਜਿਹਦੇ ਵਿੱਚੋਂ ਸਿੱਖ ਸੋਚ ਕਿਹੜੀ ਹੈਗੀ ਉਹ ਤੁਹਾਨੂੰ ਪਤਾ ਹੀ ਅੱਜ ਹਾਲਾਤ ਕੀ ਬਣ ਚੁੱਕੇ ਨੇ। ਸੋ ਐਟਲੀਸਟ ਪੰਜਾਬ ਦੇ ਵਿੱਚ ਜਿੱਥੇ ਅਸੀਂ ਇਹ ਮੈਟਰਸ ਨੂੰ ਫੇਰ ਵੀ ਕੁਝ ਸਿੱਖ ਗਿਣਤੀ ਹੋਣ ਕਰਕੇ ਪ੍ਰਭਾਵਿਤ ਕਰ ਸਕਦੇ ਹਾਂ ਤੇ ਆਪਣੇ ਪ੍ਰਬੰਧ ਆਪਣੇ ਨੇੜੇ ਰੱਖ ਸਕਦੇ ਹਾਂ, ਤੇ ਇਹ ਐਕਟ ਜਿਹੜਾ ਹੈਗਾ ਉਹ ਸਟੇਟ ਅਸੈਂਬਲੀ ਦਾ ਸੀ, ਇਸ ਬਾਬਤ ਵੀ ਵਿਚਾਰਨ ਦੀ ਜ਼ਰੂਰਤ। ਤੁਸੀਂ ਸਰ ਸਿੱਧੇ ਤੌਰ ਤੇ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜੇ ਆਪਦੇ ਅਧਿਕਾਰ ਆ ਦਿੱਲੀ ਕੋਲੇ ਗਿਰਵੀ ਰੱਖਤੇ, ਇਹ ਕਹਿਣਾ ਚਾਹ ਰਹੇ ਹੋ?
ਹਾਂ, ਸਾਡੇ ਅਵੇਸਲੇਪਣ ਨੇ ਸਾਨੂੰ ਬਹੁਤ ਧਰਾਤਲ ਤੇ ਲੈ ਕੇ ਆਉਣ ਲਈ ਸਾਡਾ ਅਵੇਸਲਾਪਣ ਜ਼ਿੰਮੇਵਾਰ ਹੈ। ਸਾਡੇ ਬਜ਼ੁਰਗਾਂ ਦੀ ਸੋਚ ਤੇ ਕਿੰਤੂ ਨਹੀਂ ਹੈ। ਉਹਨਾਂ ਨੇ ਬਹੁਤ ਮਤਲਬ ਜੋ ਹੈ ਸੋਚ ਭਾਵ, ਮੇਰੇ ਕਹਿਣ ਤੋਂ ਉਹਨਾਂ ਦੀ ਭਾਵਨਾ ਤੇ ਕਿੰਤੂ ਨਹੀਂ ਹੈ। ਲੇਕਿਨ ਕਿਤੇ ਨਾ ਕਿਤੇ ਕਮੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਨੇ, ਔਰ ਉਹ ਕਮੀਆਂ ਕਮਜ਼ੋਰੀਆਂ ਨੂੰ ਜਿਹੜਾ ਹੈ ਕਿਸ ਤਰੀਕੇ ਨਾਲ ਜਿਹੜਾ ਹੈ ਐਕਸਪਲੋਇਟ ਕੀਤਾ ਜਾਂਦਾ ਪੋਲੀਟੀਸ਼ੀਅਨ ਵੱਲੋਂ। ਤੇ ਔਰ ਅੱਜ ਦੇ ਦੇਖੋ 1920 ਦੇ ਵਿੱਚ ਜੇ ਗੁਰਦੁਆਰਾ ਸਾਹਿਬਾਨ ਆਜ਼ਾਦ ਹੋ ਸਕੇ ਨੇ, ਉਹ ਗੁਰਸਿੱਖਾਂ ਨੇ ਆਵਾਜ਼ ਚੁੱਕੀ ਤੇ ਉਹਨਾਂ ਲੋਕਾਂ ਨੂੰ ਬਾਹਰ ਕਰ ਦਿੱਤਾ। ਅੱਜ ਜਿਹੜਾ 1920 ਵਾਂਗ 2020 ਦੇ ਮਹੰਤ ਹੈਗੇ ਨੇ, ਉਹਨਾਂ ਨੂੰ ਬਾਹਰ ਕਰਨ ਵਾਸਤੇ ਕਾਨੂੰਨ ਉਹਨਾਂ ਨੂੰ ਸ਼ਹਿ ਦਿੰਦਾ ਪਿਆ, ਕਾਨੂੰਨ ਉਹਨਾਂ ਦੀ ਬੈਕ ਦੇ ਉੱਤੇ ਆ ਕੇ ਫੜਦਾ ਪਿਆ। ਆ ਦੇਖੋ ਕਿੰਨੀ ਵੱਡੀ ਕਮਜ਼ੋਰੀ। ਮੈਂ ਇੱਕ ਛੋਟਾ ਜਿਹਾ ਸਰ ਵਕਫਾ ਹੋਰ ਲਵਾਂਗਾ, ਵਾਪਸ ਆਊਂਗਾ। ਹਰਦੀਪ ਸਿੰਘ ਹਰੀ ਜਿਹੜੀ ਗੱਲ ਕਹਿ ਰਹੇ ਹੋ ਤੋਂ ਮੈਨੂੰ ਇਹ ਸਮਝ ਆ ਰਿਹਾ ਕਿ ਧਰਮ ਤੇ ਰਾਜਨੀਤੀ ਦਾ ਜਿਹੜਾ ਵਖਰੇਵਾਂ ਹੈਗਾ ਉਹ ਬੜਾ ਜ਼ਰੂਰੀ ਹੈਗਾ। ਜਿਹੜਾ ਮੀਰੀ ਪੀਰੀ ਦੇ ਸਿਧਾਂਤ ਨੂੰ ਡਿਫਾਈਨ ਕੀਤਾ ਜਾਂਦਾ, ਉਹ ਡਿਫਾਈਨ ਸਿਆਸਤ ਆਪਦੇ ਤਰੀਕੇ ਨਾਲ ਕਰਦੀ ਹੈ, ਧਰਮ ਹੈ ਜਿਹੜਾ ਉਹ ਆਪਦੇ ਤਰੀਕੇ ਨਾਲ ਉਸ ਨੂੰ ਸੋਚਦਾ ਹੈਗਾ। ਪਰ ਹੁਣ ਰਾਜਨੀਤੀ ਹੈ ਜਿਹੜੀ ਧਰਮ ਨੂੰ, ਪੰਥ ਨੂੰ ਦਿਸ਼ਾ ਦੇ ਰਹੀ ਹੈ। ਹਰਦੀਪ ਸਿੰਘ ਦਾ ਸਵਾਲ ਇਹ ਹੈ, ਬ੍ਰੇਕ ਤੋਂ ਵਾਪਸ ਆ ਕੇ ਇਸੇ ਸਵਾਲ ਤੇ ਚਰਚਾ ਹੋਵੇਗੀ, ਕਿਉਂਕਿ ਉਸੇ ਸਵਾਲ ਨੇ ਹੀ ਇਸ ਮੌਕੇ ਜਿਹੜਾ ਸੰਬੋਧਨ ਹੋਇਆ ਉਸ ਸਵਾਲ ਨੂੰ ਹੋਰ ਵੱਡਾ ਕਰ ਦਿੱਤਾ ਕਿ ਸਿਆਸਤ ਹੈ ਜਿਹੜੀ ਉਹ ਇਸ ਪ੍ਰਬੰਧਨ ਤੇ ਹਾਵੀ ਹੈ। ਬ੍ਰੇਕ ਤੋਂ ਵਾਪਸ ਆ ਹਰਦੀਪ ਸਿੰਘ ਜੀ, ਸਰ ਤੁਸੀਂ ਇੱਕ ਪਿਛਲੇ ਸੈਗਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਰਾਜਨੀਤੀ ਧਰਮ ਵਾਲੀ। ਮੇਰਾ ਸਵਾਲ ਸਰ ਇਹ ਹੈ ਕਿ ਜਿੰਨੇ ਹੁਣ ਤੱਕ ਸਰ ਪ੍ਰਧਾਨ ਹੋਏ ਆ 42 ਪ੍ਰਧਾਨ, ਉਹਨਾਂ ਵਿੱਚੋਂ ਕੋਈ ਇਹੋ ਜਿਹਾ ਪ੍ਰਧਾਨ ਜਿਨ੍ਹਾਂ ਨੇ ਰਾਜਨੀਤੀ ਦੀ ਘੱਟ ਮੰਨੀ ਤੇ ਧਰਮ ਤੇ ਪੰਥ ਤੇ ਕੌਮ ਦੀ ਗੱਲ ਜ਼ਿਆਦਾ ਮੰਨ ਕੇ ਅੱਗੇ ਤੁਰੇ? ਇੱਕ ਸਵਾਲ ਇਹ ਹੈ ਸਰ। ਦੂਜਾ ਸਵਾਲ ਇਹ ਹੈ, ਉਹ ਕਿਹੜੇ ਪ੍ਰਧਾਨ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਨਾ ਰਾਜਨੀਤੀ ਨੂੰ ਧਰਮ ਵਿੱਚ ਦਖਲਅੰਦਾਜ਼ੀ ਕਰਨ ਦਿੱਤੀ, ਨਾ ਪ੍ਰਬੰਧਨ 'ਚ ਕਰਨ ਦਿੱਤੀ? ਹਰਦੀਪ ਸਿੰਘ ਜੀ, ਕੋਈ ਹੈਗਾ ਨਾਮ ਇਹੋ ਜਿਹਾ ਤੁਹਾਡੇ ਕੋਲੇ? ਦੇਖੋ, ਮੈਂ ਸਭ ਤੋਂ ਪਹਿਲੀ ਗੱਲ ਤੇ ਕਹਾਂ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਰਾਜਨੀਤੀ ਤੇ ਧਰਮ ਦੇ ਵੱਖ ਦੀ ਗੱਲ, ਗੁਰਮਤ ਦਾ ਸਿਧਾਂਤ ਐਸਾ ਨਹੀਂ ਹੈ। ਗੁਰਮਤ ਦਾ ਸਿਧਾਂਤ ਹੈਗਾ ਇਹਨਾਂ ਦੋਹਾਂ ਚੀਜ਼ਾਂ ਨੂੰ ਬੈਲੈਂਸ ਰੱਖ ਕੇ ਚੱਲਣਾ। ਔਰ ਜਿਹੜੀ ਪੰਥਕ ਗੱਲ ਹੈ ਨਾ, ਪੰਥਕ ਗੱਲ ਇਕੱਲੀ ਕੋਈ ਸਿੱਖਾਂ ਦੀ ਨਹੀਂ, ਉਹ ਇਹ ਹੈਗੀ ਹੈ ਸਮੁੱਚੇ ਸਮਾਜ ਦੀ ਸਮੁੱਚਤਾ ਦੀ ਗੱਲ ਹੈਗੀ ਹੈ, ਸਾਂਝੀਵਾਲਤਾ ਦੀ ਗੱਲ ਹੈਗੀ ਹੈ। ਪੰਥਕ ਆ ਵਿਸ਼ਾ। ਔਰ ਜਿਹੜੀ ਗੱਲ ਕਹੀਏ ਕਿ ਧਰਮ ਤੇ ਰਾਜਨੀਤੀ, ਇਸ ਦੇ ਚ ਇੱਥੇ ਜਿਹੜਾ ਬੈਲੈਂਸ ਹੈਗਾ ਹੈ ਉਹ ਹੈਗਾ ਹੈ ਕਿ ਚੰਗੀਆਂ ਗੱਲਾਂ ਤੋਂ ਸੇਧ ਲੈ ਕੇ, ਭਾਵ ਧਰਮ ਤੋਂ ਸੇਧ ਲੈ ਕੇ ਜਿਹੜੀ ਹੈਗੀ ਹੈ ਉਹ ਸਮਾਜ ਦੀ ਸੇਵਾ ਕਰਨੀ, ਆਹ ਹੈ ਕਨਸੈਪਟ ਸਾਡਾ। ਔਰ ਰਹੀ ਗੱਲ ਕਿ ਇਹ ਬੈਲੈਂਸ ਕਾਫੀ ਸਮੇਂ ਤੱਕ ਚੱਲਿਆ ਆਉਂਦਾ ਰਿਹਾ। ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜਾ ਅਕਾਲੀ ਦਲ ਦੀ ਸਿਰਜਣਾ ਹੁੰਦੀ ਹੈ, ਔਰ ਜੇ ਮੈਂ ਕਹਾਂ ਇਹ ਲੰਬਾ ਸਮਾਂ ਐਸੀ ਗੱਲ ਰਹੀ ਹੈ ਕਿ ਜਿਹੜੀ ਰਾਜਨੀਤਿਕ ਧਿਰ ਜਿਹੜੀ ਹੈ ਉਹ ਅਕਾਲੀ ਦਲ ਜਦੋਂ ਚੱਲਿਆ, ਉਹ ਗੁਰਮਤ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਕਰਦਾ ਸੀ, ਉਸ ਤੋਂ ਉਲਟ ਨਹੀਂ ਸੀ ਜਾਂਦਾ। ਔਰ ਇਸ ਦੌਰਾਨ ਜੇ ਤੁਸੀਂ ਪ੍ਰਬੰਧਕਾਂ ਦੀ ਗੱਲ ਕਹੀ ਇਸ ਤੋਂ ਪਹਿਲਾਂ, ਕਿ ਪ੍ਰਧਾਨ ਜਿਹੜੇ ਨੇ ਉਹ ਬਹੁਤਾਤ ਜਿਹੜੇ ਨੇ ਪਹਿਲੇ ਸਮਿਆਂ 'ਚ ਬੈਲੈਂਸਡ ਵੇ ਨਾਲ ਚੱਲਦੇ ਰਹੇ ਨੇ। ਮੈਂ ਚੰਗਾ ਜਾਂ ਮਾੜਾ ਕਿਸੇ ਦਾ ਇਸ ਤਰ੍ਹਾਂ ਬੁਲਾਉਂਦਾ ਸਰ, ਬੈਲੈਂਸ ਵੇ ਨਾਲ ਸਰ ਗੁਰਚਰਨ ਸਿੰਘ ਟੋੜਾ ਤੱਕ ਚੱਲਦੇ ਰਹੇ ਜਾਂ ਗੁਰਚਰਨ ਸਿੰਘ ਟੋੜਾ ਤੋਂ ਪਹਿਲਾਂ ਤੱਕ ਚੱਲਦੇ ਰਹੇ? ਨਹੀਂ, ਜਿਹਦਾ ਗੁਰਚਰਨ ਸਿੰਘ ਟੋੜਾ ਨੇ ਵੀ ਜਿਹੜਾ ਹੈਗਾ ਉਹ ਇਸ ਬੈਲੈਂਸ ਨੂੰ ਬਹੁਤ ਹੱਦ ਤੱਕ ਜਿਹੜਾ ਹੈ ਉਹ ਬਰਕਰਾਰ ਰੱਖਿਆ। ਉਸ ਵਕਤ ਤਦ ਹੀ ਕਿਹਾ ਜਾਂਦਾ ਹੈ ਕਿ ਸਿੱਖ ਜਿਹੜੀ ਪਾਵਰ ਦੇ ਦੋ ਸੈਂਟਰ ਸੀਗੇ, ਭਾਵ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਪੰਜਾਬ ਸਰਕਾਰ ਹੋਣੀ, ਅਕਾਲੀ ਦਲ ਹੋਣਾ। ਸੋ ਉਦੋਂ ਤੱਕ ਵੀ ਬਹੁਤ ਹੱਦ ਤੱਕ ਬੈਲੈਂਸ ਰਿਹਾ ਹੈਗਾ। ਔਰ ਲੇਕਿਨ ਉਸ ਤੋਂ ਬਾਅਦ ਤੇ ਟੋਟਲੀ ਜਿਹੜੀ ਹੈਗੀ ਹੈ ਉਹ ਕੈਪਚਰ ਕਰ ਲਿੱਤਾ ਆਪਣਾ ਪੋਲਿਟਿਕਸ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਿੱਖ ਅਫੇਅਰਸ ਨੂੰ। ਔਰ ਮੈਂ ਇੱਕ ਗੱਲ, ਤਾਜ਼ੀ ਗੱਲ ਚੋਂ ਇੱਕ ਤੁਹਾਨੂੰ ਥੋੜੀ ਜਿਹੀ ਕੋਟ ਕਰਨੀ ਚਾਹਾਂ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਹੈ ਆਪਣੀ ਗੱਲ ਦੇ ਵਿੱਚ ਇੱਕ ਲਫ਼ਜ਼ ਵਰਤਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਤੋਂ ਪੰਥ ਵੱਲ ਦਾ ਸਫ਼ਰ ਜਿਹੜਾ ਹੈ ਉਹ ਤੈਅ ਕਰਨਾ ਚਾਹੀਦਾ ਹੈ ਤੇ ਫੇਰ ਸਿੱਖ ਨਾਲ ਬਣਗੇ, ਹੈ ਨਾ। ਇਹ ਗੱਲ, ਇਹ ਇੱਕ ਛੋਟੇ ਜਿਹੇ ਲਫ਼ਜ਼ ਨਹੀਂ ਹੈਗੇ। ਭਾਵ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਪੋਸਟ ਤੇ ਹੁੰਦਿਆਂ, ਉਸ ਥਾਂ ਤੇ ਹੁੰਦਿਆਂ ਇਹਨਾਂ ਦੇ ਸਾਹਮਣੇ ਬੈਠ ਕੇ ਇਹ ਗੱਲ ਕਹਿਤੀ ਕਿ ਤੁਸੀਂ ਪੰਥ ਤੋਂ ਜਿਹੜਾ ਹੈਗਾ ਸਫ਼ਰ ਪੰਜਾਬ ਵੱਲ ਲੈ ਗਏ ਹੋ। ਭਾਵ ਜੋ ਹੈ ਪੰਥਕ ਗੱਲ ਤੋਂ ਤੁਸੀਂ ਜਿਹੜਾ ਹੈਗਾ ਉਹ ਪੰਜਾਬੀਅਤ, ਭਾਵ ਤੁਸੀਂ ਪੋਲਿਟਿਕਸ ਕੇਵਲ ਆਪਣੀ ਸੀਟ, ਪੋਜੀਸ਼ਨ, ਪਾਵਰ ਦੀ ਗੱਲ ਨੂੰ ਲੈ ਗਏ ਹੋ। ਇਸ ਕਰਕੇ ਸਾਰੀ ਹਾਲਾਤ ਤੁਹਾਡੇ ਖਰਾਬ ਹੋਏ ਨੇ। ਇਹ ਉਹਨਾਂ ਦੇ ਲਫ਼ਜ਼ਾਂ ਨੂੰ ਇਸ ਤਰੀਕੇ ਨਾਲ ਵੀ ਵੇਖਿਆ ਜਾ ਸਕਦਾ। ਹਰਦੀਪ ਸਿੰਘ ਜੀ, ਤੁਸੀਂ ਲਫ਼ਜ਼ਾਂ ਨੂੰ ਤਾਂ ਬੜਾ ਬਿਹਤਰ ਤਰੀਕੇ ਨਾਲ ਜਾਣਦੇ ਹੋ, ਬਿਟਵੀਨ ਦ ਲਾਈਨਸ ਤੁਸੀਂ ਪੜ੍ਹ ਲੈਂਦੇ ਹੋ। ਸਰ, ਮੈਨੂੰ ਥੋੜਾ ਜਿਹਾ ਸਮਝਾ ਦਿਓ
ਇਹ ਪੰਜਾਬ ਟੂ ਪੰਥ ਵਾਲੀ ਗੱਲ ਹੈ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਉੱਥੇ ਬੈਠਾ ਸੀਗਾ ਉਹਨੂੰ ਸੰਬੋਧਨ ਕਰਕੇ ਕਹੀ ਗਈ ਹੈ ਜਾਂ ਕੌਮ ਨੂੰ ਸੰਬੋਧਨ ਕਰਕੇ ਕਹੀ ਗਈ ਹੈ? ਨਹੀਂ, ਬਕਾਇਦਾ ਤੌਰ ਤੇ ਉਹਨਾਂ ਨੇ ਅਕਾਲੀ ਦਲ ਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਤੋਂ ਪੰਥ ਵੱਲ ਨੂੰ ਦਾ ਸਫ਼ਰ ਸ਼ੁਰੂ ਕਰਨ ਦੀ ਲੋੜ ਆ। ਭਾਵ ਇਸ ਨੂੰ ਉਲਟ ਪਾਸੇ ਜੇ ਦੇਖਿਆ ਜਾਵੇ ਤੇ ਉਹ ਹੈਗਾ ਹੈ ਕਿ ਜਿਹੜਾ ਹੈ ਪੰਥ ਤੋਂ ਪੰਜਾਬ ਵੱਲ ਅਸੀਂ ਪਹੁੰਚ ਗਏ ਆ। ਕੇਵਲ ਤੇ ਕੇਵਲ ਅਸੀਂ ਆਪਣੀ ਕਮਿਊਨਿਟੀ ਅਫੇਅਰਸ ਜਿਹੜੇ ਨੇ, ਆਪਣਾ ਰਿਲੀਜੀਅਸ ਅਫੇਅਰਸ ਨੇ, ਪੰਥਕ ਜਿਹੜੀ ਸਾਡੀਆਂ ਪਰੰਪਰਾਵਾਂ ਨੇ ਤੇ ਗੁਰਮਤਿ ਸਿਧਾਂਤ ਆ, ਉੱਥੋਂ ਅਸੀਂ ਚੱਲਦਿਆਂ ਹੋਇਆਂ ਪਾਵਰ ਦੇ ਲਈ ਅਸੀਂ ਸਭ ਕੁਝ ਗਵਾ ਚੁੱਕੇ ਹਾਂ। ਸਰ ਤੁਹਾਨੂੰ ਸ਼ਬਦਾਂ ਤੋਂ ਇਤਰਾਜ਼ ਹੈ ਜਾਂ ਅਕਾਲੀ ਦਲ ਦਾ ਨਾਮ ਲੈਣਾ ਵਿੱਚ ਉਹਨਾਂ ਤੇ ਇਤਰਾਜ਼ ਹੈ? ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਸ ਵਿੱਚ। ਮੈਂ ਤੇ ਕਹਿਣਾ ਚਾਹੁੰਦਾ ਕਿ ਇਹ ਆਹ ਗੱਲ ਕਹਿਣ ਦੀ ਨੌਬਤ ਆ ਗਈ ਹੈ। ਅੱਜ ਉਹਨਾਂ ਨੂੰ ਖੁਦ ਨੂੰ ਇਹ ਲੱਗਣ ਲੱਗ ਪਿਆ ਕਿ ਜਦੋਂ ਉਹਨਾਂ ਨੇ ਭਾਈਵਾਲੀ ਦਿੱਲੀ ਵਾਲਿਆਂ ਤੋਂ ਛੱਡ ਦਿੱਤੀ ਹੈ, ਉਹਨਾਂ ਨੂੰ ਮੁੜ ਕੇ ਸੋਚਣ ਦੀ ਲੋੜ ਪੈ ਗਈ ਹੈ ਵੀ ਹੁਣ ਅਸੀਂ ਕਿਵੇਂ ਸਰਵਾਈਵਲ ਕਿਵੇਂ ਹੈ, ਰਿਵਾਈਵਲ ਕਿਵੇਂ ਹੈ। ਇਹ ਸਾਰੀਆਂ ਉਹ ਗੱਲਾਂ ਨੇ। ਮੈਂ ਤਾਂ ਡੇ 1 ਹਾਂਜੀ। ਤੁਸੀਂ ਹਰਦੀਪ ਸਿੰਘ ਜਿਹੜੀ ਗੱਲ ਕਹਿ ਰਹੇ ਹੋ ਰਾਜਨੀਤੀ ਦੀ ਹੁਣ ਗੱਲ ਛਿੜ ਗਈ ਹੈ ਸਰ। ਜਥੇਦਾਰ ਸਾਹਿਬ ਜਿਹੜਾ ਈਵੀਐਮ ਵਾਲਾ ਬਿਆਨ ਦਿੰਦੇ ਆ ਸਰ, ਉਸ ਬਿਆਨ ਦੇ ਨਾਲ ਉਹਨਾਂ ਨੇ ਸਾਰਾ ਮੁੱਦਾ ਜਿਹੜਾ ਐਸਜੀਪੀਸੀ ਦਾ 100 ਵਰਿਆਂ ਦਾ ਉਸ ਨੂੰ ਕੇਂਦਰ ਸਰਕਾਰ ਤੇ ਕਰ ਦਿੱਤਾ, ਜਦ ਕਿ ਪ੍ਰਾਪਤੀਆਂ, ਚੁਣੌਤੀਆਂ ਤੇ ਪਲਾਨਿੰਗ ਤੇ ਜ਼ਿਕਰ ਹੋਣਾ ਚਾਹੀਦਾ ਸੀਗਾ ਹਰਦੀਪ ਸਿੰਘ ਜੀ। ਉਹਦਾ ਜ਼ਿਕਰ ਮੰਨਫੀ ਹੋ ਗਿਆ ਤੇ ਈਵੀਐਮ ਤੇ ਡਿਬੇਟ ਹੋਣ ਲੱਗ ਪਈ ਹਰਦੀਪ ਸਿੰਘ ਜੀ, ਜਦ ਕਿ ਕੌਮ ਦੇ ਮਸਲਿਆਂ ਤੇ ਡਿਬੇਟ ਹੋਣੀ ਚਾਹੀਦੀ ਸੀ। ਗੱਲ ਇਸ ਤਰ੍ਹਾਂ ਹੈ ਜੀ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ ਜੋ ਵੀ ਉੱਥੇ ਸਟੇਟਮੈਂਟਸ, ਜੋ ਉਹਨਾਂ ਦਾ ਇੱਕ ਲਹਿਜ਼ਾ ਸੀ, ਉਹ ਸਾਰੇ ਦਾ ਸਾਰਾ ਉਸ ਇੱਕ ਕੌਮ ਦੇ ਨੁਮਾਇੰਦੇ ਵਜੋਂ ਮੈਚ ਨਹੀਂ ਕਰਦਾ। ਉਹਨਾਂ ਨੇ ਗੱਲਾਂ ਨੂੰ ਬਹੁਤ ਛੋਟਾ ਕਰ ਦਿੱਤਾ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਛੋਟਾ ਕੀਤਾ ਇਸ ਦੇ ਨਾਲ। ਮੈਂ ਗੱਲ ਕਹਾਂ ਕਿ ਕਦੋਂ ਤੋਂ ਈਵੀਐਮ ਜਿਹੜੀ ਹੈ ਇਸ ਤਰ੍ਹਾਂ ਹੋਣ ਲੱਗੀ ਹੈ, ਕਦੋਂ ਤੋਂ ਅਨਡੈਮੋਕ੍ਰੈਟਿਕ ਹੋਣ ਲੱਗਾ? ਜਿੱਦਣ ਤੋਂ ਬਾਦਲ ਧੜੇ ਨੇ ਦਿੱਲੀ ਵਾਲਿਆਂ ਨਾਲ ਸਾਥ ਛੱਡ ਦਿੱਤਾ ਉਸ ਦਿਨ ਤੋਂ। ਕੁਝ ਤੇ ਸੋਚੋ, ਸਾਹਮਣੇ ਬੈਠੀ ਜਨਤਾ, ਅੱਜ ਸੰਸਾਰ ਭਰ ਚ ਮਿੰਟ ਚ ਗੱਲ ਜਾਂਦੀ ਹੈ। ਲੋਕਾਂ ਕੋਲ ਵੀ ਦਿਮਾਗ ਹੈ, ਉਹ ਵੀ ਸੋਚ ਸਕਦੇ ਨੇ, ਉਹ ਵੀ ਸਮਝਦੇ ਨੇ ਸਥਿਤੀ ਨੂੰ। ਤੁਹਾਨੂੰ ਉਨੇ ਲਫ਼ਜ਼ ਬੋਲਣੇ ਚਾਹੀਦੇ ਨੇ, ਉਨੀ ਗੱਲ ਕਰਨੀ ਚਾਹੀਦੀ ਹੈ ਜਿੰਨੀ ਤੁਹਾਡੀ ਕੈਪੈਸਿਟੀ ਹੈ ਤੇ ਜਿੰਨੀ ਗੱਲ ਪਚ ਜਾਵੇ ਤੇ ਗੁਰੂ ਦੇ ਉਸ ਸਥਾਨ ਨੂੰ ਢਾਹ ਨਾ ਲੱਗਦੀ ਹੋਵੇ। ਫਿਰ ਦੂਸਰੀ ਜਿਹੜੀ ਗੱਲ, ਇੱਕ ਸੱਜਣ ਨੇ ਕਿਹਾ, ਬੀਜੇਪੀ ਦੇ ਨੇ, ਗਰੇਵਾਲ ਨੇ, ਕਿ ਜਿਹੜਾ ਹੈਗਾ ਕਿ ਭਾਈ ਹਰਪ੍ਰੀਤ ਸਿੰਘ ਬਾਰੇ ਮੰਦੇ ਲਫ਼ਜ਼ ਵਰਤੇ। ਮੈਂ ਕਹਾਂ ਪਰ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਉਹਦੇ ਨਾਲ। ਭਾਈ ਹਰਪ੍ਰੀਤ ਸਿੰਘ ਜਿੰਨਾ ਸਿਆਣੇ ਨੇ, ਜਿੰਨੀ ਤਾਰੀਫ ਕੀਤੀ ਜਾਏ ਉਨੀ ਘੱਟ ਹੈ। ਸਿਆਣਪ ਲੇਕਿਨ ਕਾਸ ਦੇ ਕੰਮ ਆਉਂਦੀ ਹੈ। ਉਹ ਜਿਨ੍ਹਾਂ ਨੇ ਅਪਾਇੰਟ ਕੀਤਾ ਉਹਨਾਂ ਨੂੰ ਅਪਲਿਫਟ ਕਰਨ ਦੇ ਲਈ, ਉਹ ਜਿੰਨੀ ਗੱਲਾਂ ਇੱਕ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਆਪਣੀ ਉਸ ਦਿਨ ਦੀ ਸਪੀਚ ਦੇ ਵਿੱਚ ਜਾਂ ਪਿਛਲੇ ਸਮਿਆਂ 'ਚ ਵੀ, ਅਸੀਂ ਤਾਂ ਰਾਈਟ ਫਰੋਮ ਬਿਗਨਿੰਗ ਜਿਹੜਾ ਇਸ ਨੂੰ ਸਮਝਦੇ ਪਏ ਸੀ ਕਿ ਇਹ ਜਿਹੜਾ ਉਸ ਸਥਾਨ ਦੀ ਵਰਤੋਂ ਰਾਜਨੀਤੀ ਲਈ ਹੋਣੀ ਬੰਦ ਹੋ ਗਈ ਹੈ ਤੇ ਹੁਣ ਇਸ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਹਰਪ੍ਰੀਤ ਸਿੰਘ ਹੋਰਾਂ ਰਾਹੀਂ ਕੀਤੀਆਂ ਜਾ ਰਹੀਆਂ ਨੇ। ਤੇ ਜਿੰਨੀਆਂ ਸਟੇਟਮੈਂਟਸ ਨੂੰ ਉਸਨੂੰ ਅੰਡਰਸਟੈਂਡ ਕਰੀਦਾ ਸੀ, ਲੇਕਿਨ ਹੁਣ ਵਾਲੀ ਗੱਲ ਤੇ ਲੋਕਾਂ ਨੇ ਸਮਝ ਲਿੱਤੀ ਹੈ। ਹਰ ਇੱਕ ਬੰਦੇ ਨੂੰ ਸਮਝ ਆਈ ਹੈ ਕਿ ਉਹ ਇੱਕ ਧਿਰ ਦਾ ਜਿਹੜਾ ਉਸ ਨੂੰ ਉਭਾਰਨ ਦੇ ਲਈ, ਉਹਨਾਂ ਦੀ ਸਰਵਾਈਵਲ ਤੇ ਰਿਵਾਈਵਲ ਦੇ ਲਈ ਜਿਹੜੇ ਨੇ ਉਹ ਯਤਨਸ਼ੀਲ ਨੇ। ਹੁਣ ਜਿੰਨੀਆਂ ਪੰਥਕ ਗੱਲਾਂ ਕਰਕੇ, ਉਹ ਵੱਡੀਆਂ ਗੱਲਾਂ ਕਰਕੇ ਜਿਹੜਾ ਹੈਗਾ ਉਹ ਕੌਮ ਦੇ ਜਿਹੜੇ ਸੈਂਟੀਮੈਂਟਸ ਨੇ ਉਹਨਾਂ ਨੂੰ ਫੇਰ ਐਨਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਅੱਜ ਤਾਂ ਦੇਖੋ ਸੋਸ਼ਲ ਮੀਡੀਆ ਤੇ ਲੋਕ ਕੀ ਕਹਿ ਰਹੇ ਨੇ ਕਿ ਵੀ ਉਹ ਕਿੰਨੇ ਸਿਆਣੇ ਨੇ। PhD ਨੂੰ ਉਹਨਾਂ ਨੇ ਕਿ ਪਰਾਏ ਹੱਥ ਡੋਰ ਤੱਕਰ ਕਹਿਤਾ। ਆਮ ਲੋਕ ਇਹ ਜਿਹੜੇ ਨੇ ਅੱਜ ਦੇ ਦਿਨ ਜਿਹੜਾ ਹੈ ਉਹ ਉਸ PhD ਨੂੰ ਵੀ ਇੱਥੇ ਤੱਕਰ ਲੈ ਆਏ ਨੇ। ਸੋ ਮੇਰੇ ਕਹਿਣ ਦਾ ਭਾਵ, ਉਹਨਾਂ ਨੇ ਬਹੁਤ ਸਿਆਣਪ ਦੇ ਨਾਲ ਜਿਹੜੇ ਉਹਨਾਂ ਨੂੰ ਅਪਾਇੰਟ ਕਰਨ ਵਾਲੇ ਜਿਹੜੀ ਇੱਕ ਮਿਸਲ ਹੈਗੀ ਹੈ, ਉਸ ਮਿਸਲ ਦੀ ਉਹਨਾਂ ਨੇ ਬਕਾਇਦਾ ਪੈਰਵਾਈ ਕੀਤੀ ਹੈ ਔਰ ਠੋਕੋ ਜਾ ਕੇ ਗੱਲ ਕਹੀ ਹੈ। ਹਰਦੀਪ ਸਿੰਘ ਜੀ, ਮੈਂ ਥੋੜਾ ਜਿਹਾ SGPC ਤੇ ਫਿਰ ਵਾਪਸ ਹੋਣਾ। SGPC ਦਾ ਜਦੋਂ ਗਠਨ ਹੁੰਦਾ, SGPC ਜਦੋਂ ਹੋਂਦ ਵਿੱਚ ਆਉਂਦੀ ਹੈ, ਉਹ ਸਵਾਲ ਮਹੰਤਾ, ਪੁਜਾਰੀਵਾਦ, ਕਬਜ਼ਿਆਂ ਤੋਂ ਲੈ ਕੇ ਜਾਤ ਪਾਤ ਦੇ ਸਵਾਲ ਤੋਂ ਸਰ ਖੜਾ ਹੋਇਆ ਸੀਗਾ। ਤੁਹਾਨੂੰ ਉਹ ਸਾਰਾ ਇਤਿਹਾਸ ਪਤਾ ਹੈਗਾ। ਹਰਦੀਪ ਸਿੰਘ ਜੀ, ਮੇਰਾ ਸਵਾਲ ਇਹ ਹੈ ਕਿ ਜਾਤ ਪਾਤ ਦਾ ਖਾਤਮਾ ਜੋ ਗੁਰੂ ਸਾਹਿਬਾਨ ਨੇ ਸਿੱਖਿਆ ਦਿੱਤੀ ਸੀ, ਸਰਬੱਤ ਦੇ ਭਲੇ ਦਾ ਜ਼ਿਕਰ ਕੀਤਾ ਸੀਗਾ, ਉਸ ਫਲਸਫੇ ਨੂੰ ਅੱਗੇ ਵਧਾਉਣ ਵਿੱਚ SGPC ਕਾਮਯਾਬ ਹੋਈ ਕਿ ਨਹੀਂ ਹੋਈ? ਜੇ ਹੋਈ ਹੈ ਤਾਂ ਕਿੰਨੀ ਹੋਈ ਹੈ? ਫਿਰ ਦੂਜਾ ਸਵਾਲ ਮੇਰਾ ਸਰ ਨਾਲ ਇਹ ਹੈ ਰਾਜਨੀਤੀ ਵਾਲਾ। ਉਹ ਸਵਾਲ
ਸ਼ਾਇਦ ਹੋ ਸਕਦਾ ਤੁਸੀਂ ਵੀ ਖੜਾ ਕਰ ਦਿਓ, ਤੁਸੀਂ ਪਹਿਲਾਂ ਵੀ ਕਈ ਮੰਚਾਂ ਤੇ ਸਵਾਲ ਖੜਾ ਕਰ ਚੁੱਕੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੁੰਦੀ ਹੈ ਉਹਦਾ ਫਾਰਮਾਂ ਦਾ ਜ਼ਿਕਰ ਤੁਸੀਂ ਕਰਦੇ ਹੋ। ਇੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਇਹ ਵੱਖ-ਵੱਖ ਵਿੰਗ ਬਣੇ ਹੋਏ ਤੁਸੀਂ ਉਹਨਾਂ ਦਾ ਜ਼ਿਕਰ ਵੀ ਕਰਦੇ ਹੋ ਸਰ ਉਹਨਾਂ ਤੋਂ ਵੱਖਰਾ ਇਸ ਸਵਾਲ ਦਾ ਜਵਾਬ ਤੁਹਾਡੇ ਕੋਲੇ ਹੈ ਜਾਂ ਉਸੇ ਨਾਲ ਜੋੜ ਕੇ ਹੀ ਜਾਤ ਪਾਤ ਵਾਲੇ ਸਵਾਲ ਦਾ ਜਵਾਬ ਦਿਓਗੇ? ਦੇਖੋ, ਮੈਂ ਕਿਉਂਕਿ ਗੱਲ ਅੱਜ ਗੁਰਦੁਆਰਾ ਐਕਟ ਦੀ ਚੱਲ ਰਹੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੱਲ ਰਹੀ ਹੈ ਤੇ ਇੱਥੇ ਗੱਲ ਸੌਖਿਆਂ ਸਮਝ ਆ ਸਕਦੀ ਹੈ। ਜੋ ਤੇ ਗੱਲ ਕੀਤੀ ਹੈ ਕਿ ਜਾਤ ਪਾਤ ਦੀ ਕੋਈ ਥਾਂ ਨਹੀਂ, ਗੁਰਮਤ ਦਾ ਸਿਧਾਂਤ ਇਹੋ ਹੈ, ਇਸ ਵਿੱਚ ਕੋਈ ਦੋ ਰਾਇਆ ਨਹੀਂ। ਲੇਕਿਨ ਇਹ ਜਿਹੜਾ ਅਨਮਤ ਦਾ ਪ੍ਰਭਾਵ ਸਾਡੇ ਤੇ ਇੰਨਾ ਹੈ ਕਿ ਸਿੱਖਾਂ ਦੇ ਵਿੱਚੋਂ ਵੀ ਇਹ ਜਾਤ ਜਿਹੜੀ ਹੈ ਉਹ ਖਤਮ ਨਹੀਂ ਹੋ ਸਕੀ, ਔਰ ਇਸ ਕਦਰ ਹੈ ਕਿ ਪਿੰਡ ਪਿੰਡ ਅਸੀਂ 2-2 4-4 ਗੁਰਦੁਆਰੇ ਬਣਾ ਕੇ ਵੱਖ-ਵੱਖ ਜਾਤ ਆਧਾਰਿਤ ਬਣਾਏ ਪਏ ਨੇ। ਪਿੰਡਾਂ ਤੋਂ ਚੱਲ ਕੇ ਇਹ ਸ਼ਹਿਰਾਂ ਤੋਂ ਚੱਲ ਕੇ ਵਿਦੇਸ਼ਾਂ ਵਿੱਚ ਵੀ ਇੱਥੇ ਤੱਕ ਗੱਲ ਪਹੁੰਚ ਗਈ ਹੈ। ਇਸ ਤੋਂ ਸਾਬਤ ਕੀ ਹੁੰਦਾ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਗੁਰੂ ਨੇ ਦਿੱਤਾ ਕਾਸਟਲੈਸ ਸੁਸਾਇਟੀ ਦਾ ਇੱਕ ਸੁਨੇਹਾ, ਉਹ ਸਾਡੇ ਕੋਲ ਖੁੱਸ ਗਿਆ ਕਿਤੇ ਨਾ ਕਿਤੇ। ਉਹਦੇ ਵਿੱਚ ਸਾਨੂੰ ਉਹੀ ਮਨੂਵਾਦੀ ਪ੍ਰਭਾਵ ਜਿਹੜਾ ਸਿੱਖਾਂ ਦੇ ਉੱਤੇ ਇਨਡਾਇਰੈਕਟ ਵੇ ਦੇ ਨਾਲ ਆ ਬੈਠਾ ਹੈ ਤੇ ਅਸੀਂ ਜਾਤਾਂ ਦੇ ਵਿੱਚ ਵੰਡੇ ਹੋਏ ਹਾਂ। ਭਾਵੇਂ ਜਿਹੜੇ ਨਾਮ ਦੇ ਨਾਲ ਅਸੀਂ ਨਹੀਂ ਵੀ ਲਗਾਉਂਦੇ ਹਾਂ, ਉਹ ਦਿਲਾਂ ਦੇ ਵਿੱਚੋਂ ਕਿਤੇ ਨਹੀਂ ਸਾਡੇ ਚੋਂ ਜਾਤ ਪਾਤ ਹਲੇ ਕਿਤੇ ਵੀ ਗਿਆ। ਇਹ ਚੱਲਦਾ ਹੈ, ਇਸ ਵਿੱਚ ਕੋਈ ਦੋ ਰਾਇਆ ਨਹੀਂ। ਔਰ ਉਹਨਾਂ ਵੱਲੋਂ ਇਹ ਗੱਲ ਕੀਤੀ ਜਾਣੀ ਹੈ ਗੁਰਮਤ ਸਿਧਾਂਤ ਦੇ ਤਾਂ ਅਨੁਕੂਲ ਹੈ, ਲੇਕਿਨ ਕੱਲਾ ਗੱਲਾਂ ਦੇ ਨਾਲ ਤੇ ਢਿੱਡ ਨਹੀਂ ਭਰਦਾ ਨਾ। ਤੁਸੀਂ ਦੱਸੋ ਕਿ ਕਿਹੜਾ ਕਦਮ ਚੁੱਕਦੇ ਪਏ ਹੋ। ਜੇ ਮੈਂ ਗੱਲ ਕਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੌਜੂਦਾ ਪ੍ਰਬੰਧ ਆ, 170 ਮੈਂਬਰ ਚੁਣੇ ਜਾਂਦੇ ਨੇ, ਉਹਦੇ ਵਿੱਚ ਜਾਤ ਤੇ ਆਧਾਰਿਤ ਤਾਂ ਮੈਂਬਰ ਚੁਣੇ ਜਾਂਦੇ ਨੇ। ਭਾਵ ਉਹ ਜਿਸ ਤੁਸੀਂ ਸੰਸਥਾ ਵੱਲੋਂ ਅਪੁਆਇੰਟਡ ਹੋ, ਉਸ ਸੰਸਥਾ ਦੇ ਬੇਸ ਹੀ ਜਿਹੜਾ ਉਹ ਜਾਤ ਤੇ ਆਧਾਰਿਤ ਹੋ ਗਿਆ। 1 ਨੰਬਰ 2, ਜਿਹੜੀ ਸੰਸਥਾ ਤੁਹਾਡੀ ਰਾਜਨੀਤਿਕ ਤੇ ਸ਼੍ਰੋਮਣੀ ਕਮੇਟੀ ਚੋਂ ਨਿਕਲਦੀ ਆ ਅਕਾਲੀ ਦਲ, ਉਹ ਅਕਾਲੀ ਦਲ ਜਿਹੜਾ ਹੈਗਾ ਉਸ ਦੇ ਆਪਣੇ ਸ਼ਡਿਊਲ ਕਾਸਟ ਵਿੰਗ, BC ਵਿੰਗ, ਆਪਣਾ ਬੈਕਵਰਡ ਕਲਾਸਿਸ ਵਿੰਗ, ਇਹ ਉਹਨਾਂ ਦੇ ਆਪਣੇ ਹੈਗੇ ਨੇ। ਉਹ ਫਰੰਟ ਬਣਾ ਕੇ ਤੇ ਜਾਤ ਆਧਾਰਿਤ ਜਿਹੜੀ ਪੋਲਿਟਿਕਸ ਅੱਜ ਇੰਡੀਆ ਦੇ ਵਿੱਚ ਹਰ ਥਾਂ ਦੇ ਉੱਤੇ ਫੈਲੀ ਹੋਈ ਹੈ, ਉਸ ਨੂੰ ਕੇਟਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਕਾਲੀ ਦਲ ਵੱਲੋਂ। ਤੇ ਜੇ ਇੱਥੇ ਬਿਆਨ ਦੇਣੇ ਨੇ ਹਜੇ ਆਈਡਲਿਜ਼ਮ ਦੀਆਂ ਗੱਲਾਂ ਕਰਨੀਆਂ ਨੇ ਭਾਈ ਹਰਪ੍ਰੀਤ ਸਿੰਘ ਹੋਰਾਂ ਨੇ, ਤੇ ਉਹਨਾਂ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਨੂੰ ਪਹਿਲਾਂ ਆਰਡਰ ਕਰ ਦੇ ਕਿ ਅੱਜ ਤੁਸੀਂ ਇੱਥੇ ਹੈਗਾ ਕਿ ਤੁਸੀਂ ਕਾਸਟ ਬੇਸ ਆਪਣੀਆਂ ਜਿਹੜੇ ਵਿੰਗ ਹੈਗੇ ਨੇ ਉਹਨਾਂ ਨੂੰ ਖਤਮ ਕਰ ਲਓ। ਇੱਥੋਂ ਸ਼ੁਰੂਆਤ ਹੋ ਸਕਦੀ ਹੈਗੀ ਹੈ। ਪਿਛਲੇ ਸਮੇਂ ਦੇ ਵਿੱਚ ਹਾਲੇ 2-3 ਮਹੀਨੇ ਦੀ ਗੱਲ ਹੈਗੀ ਹੈ, ਕੁਝ ਨਿਹੰਗ ਜਥੇਬੰਦੀਆਂ ਗਈਆਂ ਨੇ, ਉਹਨਾਂ ਨੇ ਇਹਨਾਂ ਨੂੰ ਲਿਖਤੀ ਦਿੱਤਾ ਹੈ ਕਿ ਭਾਈ ਕਿ ਸਾਡੇ ਲਈ ਬਾਟਾ ਵੱਖਰਾ ਤਿਆਰ ਹੁੰਦਾ ਹੈ, ਖੰਡੇ ਬਾਟੇ ਕੀ ਪਵਲ ਦਾ, ਔਰ ਜਿਹੜਾ ਹੈਗਾ ਸਾਡੇ ਲਈ ਵੱਖਰੇ ਬਰਤਨ ਰੱਖੇ ਹੋਏ ਨੇ। ਬੜੇ ਸੰਪਰਦਾਈਆਂ ਨੇ, ਬੜੀ ਸਾਰੀਆਂ ਜਿਹੜੀਆਂ ਐਸੇ ਡੇਰਿਆਂ ਵਾਲਿਆਂ ਨੇ ਜਿਹੜੇ ਨੇ, ਉਹ ਬਰਤਨ ਤੱਕ ਜਿਹੜੇ ਹੈ ਨੇ ਜਾਤ ਆਧਾਰਿਤ ਵੀ, ਇਹ ਦੂਜੇ ਭਾਂਡਿਆਂ ਨੂੰ ਹੀ ਕੋਈ ਹੱਥ ਨਹੀਂ ਲਾ ਸਕਦਾ। ਉਹ ਸਵਾਲ 2-4 ਮਹੀਨੇ ਪਹਿਲਾਂ ਹੀ ਹਲੇ ਇਹਨਾਂ ਕੋਲ ਗਿਆ, ਉਹਦੇ ਬਾਰੇ ਕੀ ਕਰ ਸਕੇ ਨੇ? ਕੁਛ ਨਹੀਂ। ਸੋ ਕੱਲੀਆਂ ਗੱਲਾਂ ਕਰਨ ਨਾਲ ਨਹੀਂ, ਆਪਦੀ ਅਸੀਂ ਸਥਿਤੀ ਨੂੰ ਦੇਖ ਕੇ ਫਿਰ ਅੱਗੇ ਗੱਲ ਕਰੀਏ ਜ਼ਿਆਦਾ ਬਿਹਤਰ। ਚਲੋ, ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜਾਤ ਪਾਤ ਵਾਲਾ। ਇਸ ਤੋਂ ਵਰਜਿਆ ਗਿਆ, ਇਸ ਤੋਂ ਪਾਸੇ ਕੀਤਾ ਗਿਆ, ਇਸ ਫਲਸਫੇ ਨੂੰ, ਇਸ ਗੁਰਮਤ ਸਿਧਾਂਤ ਨੂੰ ਅੱਗੇ ਕਿੰਨਾ ਵਧਾ ਸਕਿਆ, ਇਹ ਸਭ ਕੁਝ ਪ੍ਰਬੰਧਨ ਦੇ ਵਿੱਚ ਹੁੰਦਾ, ਇਹ ਸਭ ਕੁਝ ਸੇਵਾ ਸੰਭਾਲ 'ਚ ਹੁੰਦਾ। ਬਹੁਤ ਸਾਰੇ ਸਵਾਲ ਹੈ ਤੇ ਇਸ ਸਵਾਲ ਦੇ ਨਾਲ ਮਰਿਆਦਾ ਦਾ ਸਵਾਲ ਵੀ ਹੈ। ਜਦੋਂ ਮਰਿਆਦਾ ਦਾ ਸਵਾਲ ਹੁੰਦਾ ਉਸ ਲਈ ਕੀ ਕੁਝ ਕੀਤਾ ਜਾ ਸਕੇ ਹੁਣ ਤੱਕ, ਇਹ ਸਵਾਲ ਆਪਣੇ ਆਪ ਵਿੱਚ ਉਹਨਾਂ ਕੁ ਵੱਡਾ ਹੈਗਾ ਜਿਹਦੀ ਚਰਚਾ ਕਰਨ ਲੱਗਿਆਂ ਕਈ ਲੋਕ ਘਬਰਾਉਂਦੇ ਵੀ ਹੈ, ਪਰ ਚਰਚਾ ਹੋਣੀ ਲਾਜ਼ਮੀ ਹੈ। ਵਾਪਸ ਆ ਰਿਹਾ ਮੈਂ ਤੁਹਾਡੇ ਤੋਂ ਸਵਾਲ ਲਵਾਂ ਉਸ ਤੋਂ ਪਹਿਲਾਂ ਇੱਕ ਕਾਲ ਲੈ ਲਈਏ ਸਰ। ਉਸ ਤੋਂ ਪਹਿਲਾਂ ਮੈਂ ਕਾਲ ਨਹੀਂ ਚੱਕ ਸਕਿਆ ਸੀਗਾ ਕੋਈ ਵੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ ਜੀ? ਹਾਂ, ਡਾਕਟਰ ਪਾਰ ਬਿਲਗਾ ਬੋਲਦਾ ਸਰੀ ਤੋਂ ਜੀ। ਹਾਂਜੀ, ਸਵਾਗਤ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਜੀ, ਆਪਣੇ 1920 ਤੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ ਜੀ, ਤੇ ਜਦੋਂ ਤੋਂ ਇਹ ਇੱਕ ਮਤਲਬ ਧਾਰਮਿਕ ਸੰਸਥਾ ਹੈਗੀ ਆ। ਇਹਨਾਂ ਨੇ ਹੁਣ ਤੋਂ ਬਿਲਕੁਲ ਇਹਨਾਂ ਨੇ ਪੋਲੀਟਿਕਸ ਲੈ ਆਂਦਾ। ਮੈਂ ਤੇ ਬਹੁਤ ਮੈਨੂੰ ਚੰਗਾ ਨਹੀਂ ਲੱਗਦਾ ਕਿ ਧਾਰਮਿਕ ਸੰਸਥਾ ਜਿਹੜੀ ਗੋਬਿੰਦ ਸਿੰਘ ਲੰਗੋੜ ਪ੍ਰਧਾਨ ਆ, ਉਹ ਜਾਂ ਹੋਰ ਮੈਂਬਰ ਉਹ ਪੋਲੀਟਿਕਸ ਦੀਆਂ ਗੱਲਾਂ ਕਿਉਂ ਕਰਦੇ? ਇਹਦਾ ਮਤਲਬ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਹਿਣ ਹੀ ਨਹੀਂ ਦਿੱਤਾ। ਤੇ ਮੈਂ ਇਹਦੇ ਤੇ ਇਹ ਨਿਖੇਧੀ ਕਰਦਾ। ਇਹਨੂੰ ਜੇ ਰਹਿਣਾ ਆਜ਼ਾਦਾਨਾ ਤੌਰ ਤੇ ਐਕਟਿਵਿਟੀ ਕੰਮ ਕਰੇ, ਨਾ ਕਿ ਇਹ ਜਿਹੜੀ ਪੋਲੀਟਿਕਸ ਆ ਸ਼੍ਰੋਮਣੀ ਅਕਾਲੀ ਦਲ, ਇਹਦਾ ਕਿ ਉਹਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਇਹ ਐਸਜੀਪੀਸੀ ਇੱਕ ਧਾਰਮਿਕ
ਸੰਸਥਾ ਹੈ, ਮੈਂ ਤੇ ਨਾ ਖੁਸ਼ ਹਾਂ। ਚਲੋ ਠੀਕ ਹੈ ਸਰ, ਧੰਨਵਾਦ ਜੀ ਡਾਕਟਰ ਸਾਹਿਬ, ਥੈਂਕ ਯੂ ਜੀ। ਓਕੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਵੀ ਜਿਹੜੇ ਸਾਹਿਬ ਬੋਲ ਰਹੇ ਉਹਨਾਂ ਦੇ ਹਰਦੀਪ ਸਿੰਘ ਜੀ ਆ। ਅੱਛਾ ਅੱਛਾ, ਹਰਦੀਪ ਸਿੰਘ ਜੀ, ਕੈਲੀਫੋਰਨੀਆ ਤੋਂ ਬੋਲ ਠੀਕ ਹੈ, ਰਿਹਾ ਜੀ। ਸਵਾਗਤ ਹੈ ਜੀ ਤੁਹਾਡਾ। ਕੀ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ ਹਰਦੀਪ ਸਿੰਘ ਜੀ? ਮੈਂ ਇੱਕ ਦੋ ਮਿੰਟ ਬਸ। ਇਹ ਹਰਦੀਪ ਸਿੰਘ ਮੇਰੇ ਨਾਲ ਕੈਲੀਫੋਰਨੀਆ ਤੋਂ। ਜੀ ਜੀ ਬੋਲੋ ਬੋਲੋ ਹਰਦੀਪ ਸਿੰਘ ਜੀ, ਬੋਲੋ ਬੋਲੋ। ਹਾਂਜੀ, ਇਹ ਮੈਂ ਇਹਨਾਂ ਦੇ ਜਿਹੜੇ ਵਿਚਾਰ ਸੁਣੇ ਬੜੇ ਗੌਰ ਦੇ ਨਾਲ। ਇਹਨਾਂ ਨੇ ਬੜੀਆਂ ਗੱਲਾਂ ਦੱਸੀਆਂ ਹਨ। ਜਿਵੇਂ ਬਹੁਤ ਲੋਕ ਇਹ ਗੱਲ ਕਰਦੇ ਆ ਭਈ ਇਲੈਕਸ਼ਨ ਨਹੀਂ, ਸਿਲੈਕਸ਼ਨ ਹੋਣੀ ਚਾਹੀਦੀ ਆ, ਲੇਕਿਨ ਸਿਲੈਕਸ਼ਨ ਦਾ ਤਰੀਕਾ ਕੋਈ ਨਹੀਂ ਦੱਸਦਾ ਤੇ ਕੌਣ ਸਿਲੈਕਟ ਕਰੂਗਾ। ਸੋ ਇਸ ਕਰਕੇ ਅਸੀਂ ਆਪਣਾ ਅੱਗਾ ਜਾਂਦੇ ਜਾਂਦੇ ਪਿੱਛਾ ਵੀ ਨਾ ਗਵਾ ਲਈਏ। ਉਹ ਪਹਿਲਾਂ ਸੋਚਣਾ ਚਾਹੀਦਾ ਆ। ਇਹੋ ਰੌਲਾ ਹੀ ਨਹੀਂ ਇਕੱਲਾ ਪਾਈ ਜਾਣਾ ਵੀ ਸਿਲੈਕਸ਼ਨ ਹੋਵੇ ਜੀ, ਸਿਲੈਕਸ਼ਨ ਹੋਵੇ। ਸਿਲੈਕਸ਼ਨ ਵੀ ਬੜੀ ਔਖੀ ਆ ਜੀ, ਸਿਲੈਕਸ਼ਨ ਦੇ ਉੱਤੇ ਕਿਹੜਾ ਕੁੰਡਾ ਹੋਵੇ। ਸੋ ਇਹ ਗੱਲ ਆ ਵੀ ਇਹਦੇ 'ਚ ਹੀ ਸੁਧਾਰ ਕਰਕੇ ਹਾਲੇ ਸਾਨੂੰ ਇਹਦੇ ਜਿਹੜਾ ਧਾਰਮਿਕ ਪੱਖ ਆ ਉਹਨੂੰ ਉੱਪਰ ਲਿਆਉਣਾ ਚਾਹੀਦਾ। ਸਿਆਸਤ ਬਿਲਕੁਲ ਇਹ ਤੋਂ ਪਿੱਛੇ ਰਹੇ। ਜਿਹੜੇ ਲੋਕ ਇਹਦੇ ਵਿੱਚ ਆਉਣ, ਸਿਆਸਤ ਤੋਂ ਬਹੁਤ ਦੂਰ ਹੋਣ। ਜਿਹੜੀਆਂ ਪਾਰਟੀਆਂ ਹੈ ਜੇ ਉਹਨਾਂ ਨੇ ਲੜਨੀ ਵੀ ਆ ਤਾਂ ਆਪਣਾ ਧਾਰਮਿਕ ਵਿੰਗ ਬਣਾਉਣ ਔਰ ਉਹ ਵਿੰਗ ਇਹਦੇ 'ਚ ਕੰਮ ਕਰੇ। ਠੀਕ ਹੈ ਜੀ, ਬੜਾ ਅੱਛਾ ਸੁਝਾਅ ਤੁਹਾਡਾ ਹਰਦੀਪ ਸਿੰਘ ਜੀ, ਬਹੁਤ ਮੇਰੀ ਧੰਨਵਾਦ। ਸਿਆਸਤ ਰਹੇ ਇੱਕ ਪਾਸੇ। ਸਿਆਸਤ ਗੰਦੀ ਚੀਜ਼ ਆ, ਇਹ ਠੀਕ ਹੈ ਗੱਲ ਇਹਨਾਂ ਦੀ, ਠੀਕ ਨਹੀਂ? ਠੀਕ ਹੈ ਜੀ। ਅਸੀਂ ਇਹ ਨਾ ਸੋਚੀਏ ਵੀ ਸਿਲੈਕਸ਼ਨ ਕਰੇ। ਸਿਲੈਕਸ਼ਨ ਦਾ ਬੜਾ ਔਖਾ ਕੰਮ ਹੈ, ਬੜਾ ਸੋਚ ਵਿਚਾਰ। ਸਿਲੈਕਸ਼ਨ ਦੀ ਗੱਲ ਨਹੀਂ ਹੋਣੀ। ਇਲੈਕਸ਼ਨ ਜਿਹੜੀ ਸਾਡੇ ਕੋਲ ਹੈ ਉਹਦੇ 'ਚ ਸੁਧਾਰ ਕਰੋ। ਚਲੋ ਠੀਕ ਹੈ ਹਰਦੀਪ ਸਿੰਘ ਜੀ, ਬਹੁਤ ਧੰਨਵਾਦ। ਬਾਕੀ ਸੈਂਟਰ ਦੇ ਕੋਲੋਂ ਲੈਣ ਦੀ ਕੋਸ਼ਿਸ਼ ਕਰੋ। ਠੀਕ ਹੈ ਇਹਨਾਂ ਦੀ ਗੱਲ ਵੀ ਪੰਜਾਬ ਵਿਧਾਨ ਸਭਾ 'ਚ ਹੋਵੇ, ਪਰ ਉਹ ਗੱਲ ਆ ਵੀ ਜਿਹੜੇ ਦੂਜੇ ਸਟੇਟਾਂ ਦੇ ਲਿੰਕ ਆ ਸਾਡੇ, ਉਹ ਕਿੱਦਾਂ ਰਹਿਣਗੇ ਇਹ ਤਾਂ ਕੋਈ ਕਾਨੂੰਨ ਦਾ ਨਹੀਂ ਦੱਸ ਸਕਦਾ। ਠੀਕ ਹੈ ਸਰ, ਸ਼ੁਕਰੀਆ ਜੀ, ਸ਼ੁਕਰੀਆ। ਹਰਦੀਪ ਸਿੰਘ ਜੀ, ਤੁਹਾਨੂੰ ਇਹਨਾਂ ਦੋਨਾਂ ਕਾਲਰਸ ਦੇ ਸਰ ਸਵਾਲ ਸਮਝ ਆ ਗਏ ਹੋਣਗੇ। ਮੇਰਾ ਸਵਾਲ ਸਾਰਿਆਂ ਦੇ ਨਾਲ ਇੱਕ ਹੋਰ ਜੁੜਦਾ ਹੋਇਆ, ਜਿਵੇਂ ਇਹਨਾਂ ਨੇ ਕਿਹਾ ਧਰਮ ਤੇ ਸਿਆਸਤ ਨੂੰ ਵੱਖੋ ਵੱਖਰਾ ਦੇਖਣਾ ਚਾਹੀਦਾ, ਧਰਮ ਦਾ ਪ੍ਰਭਾਵ ਘਟਦਾ ਜਾ ਰਿਹਾ, ਸਿਆਸਤ ਦਾ ਪ੍ਰਭਾਵ ਵੱਧਦਾ ਜਾ ਰਿਹਾ। ਸਰ ਮੇਰਾ ਸਵਾਲ ਹੈ, ਡਿਊਲ ਮੈਂਬਰਸ਼ਿਪ ਕਰਕੇ ਵੀ ਸਾਰੇ ਮਸਲਾ ਜ਼ਿਆਦਾ ਗੰਭੀਰ ਹੈ, ਕਿਉਂਕਿ ਜੇ ਲੌਂਗੋਵਾਲ ਸਾਹਿਬ ਪ੍ਰਧਾਨ ਹੈ ਜਾਂ ਹੋਰ ਮੈਂਬਰ ਹੈਗੇ ਆ, ਉਹ ਅਕਾਲੀ ਦਲ ਦੇ ਵੀ ਸਰ ਮੈਂਬਰ ਹੈ, ਨਾਲ ਉਹਨਾਂ ਨੇ ਕੋਈ ਅਹੁਦੇ ਉੱਥੇ ਵੀ ਮਿਲੇ ਹੋਏ ਆ ਸਰ ਉਹਨਾਂ ਨੂੰ। ਇਸ ਦਾ ਪ੍ਰਭਾਵ ਵੀ ਹੈਗਾ ਹਰਦੀਪ ਸਿੰਘ ਜੀ? ਨਹੀਂ, ਮੈਂ ਜੋ ਸਮਝਦਾ ਕਿ ਦੇਖੋ ਇੱਕ ਜਿਹੜਾ ਪੰਥਕ ਪੱਖ ਹੈ, ਪੰਥ ਜਿਹੜਾ ਹੈਗਾ ਉਹ ਧਰਮ ਨਾਲ ਵੀ ਸੰਬੰਧਿਤ ਹੈ। ਉਹ ਜਿਹੜਾ ਹੈਗਾ ਉਸਨੇ ਲੋਕ ਹਿੱਤ ਦੇ ਲਈ ਰਾਜਨੀਤੀ ਵੀ ਕਰਨੀ ਹੈਗੀ ਹੈ। ਜਿਹੜੀ ਇਹ ਦੋਨੋਂ ਗੱਲਾਂ ਨੂੰ ਅਸੀਂ ਪੰਥਕ ਲੈ ਕੇ ਚੱਲਣਾ ਚਾਹੀਦਾ ਮੇਰੇ ਮੁਤਾਬਿਕ। ਠੀਕ ਹੈ। ਇਹ ਜੇਕਰ ਜਦੋਂ ਤੱਕ ਇਹ ਬੈਲੈਂਸ ਬਣਿਆ ਰਵੇ, ਜਦੋਂ ਤੱਕ ਸਾਡੀ ਜਿਹੜੀ ਹੈਗੀ ਹੈ ਸੋਚ ਤੇ ਵਿਚਾਰ ਜਿਹੜੇ ਨੇ ਉਹ ਜਦੋਂ ਤੱਕ ਗੰਧਲੇ ਨਾ ਹੋਏ ਹੋਣ, ਡਿਲੂਟ ਨਾ ਹੋਏ ਹੋਣ, ਗੁਰਮਤ ਸਾਨੂੰ ਭੁੱਲ ਨਾ ਗਈ ਹੋਏ। ਮੈਂ ਕਹਿੰਦਾ ਕਿ ਕਿੰਨਾ ਚੰਗਾ ਹੋਵੇ ਜਿਹੜਾ ਜੇਕਰ ਕੋਈ ਰਾਜਾ ਬੈਠਾ ਹੋਵੇ, ਰਾਜਾ ਇਨ ਦਾ ਸੈਂਸ ਕਿ ਵੀ ਮੁੱਖ ਮੰਤਰੀ ਪ੍ਰੈਜ਼ੀਡੈਂਟ ਜਾਂ ਜਿਹੜੇ ਨੇ ਨੁਮਾਇੰਦੇ ਬੈਠੇ ਹੋਣ ਉਹਦੇ ਆਪਣਾ MLAs MPs, ਜੇ ਉਹਨਾਂ ਦੇ ਸੋਚ ਦੇ ਵਿੱਚ ਗੁਰਮਤ ਦਾ ਸਿਧਾਂਤ ਹੋਏਗਾ, ਗੁਰੂ ਦੀ ਸੋਚ ਹੋਏਗੀ, ਤੇ ਉਹ ਸਮਾਜ ਤੇ ਅੱਜ ਦੇ ਦਿਨ ਹਰ ਇੱਕ ਨੂੰ ਚਾਹੀਦਾ, ਪੂਰੇ ਮੁਲਕ ਨੂੰ ਚਾਹੀਦਾ, ਸੰਸਾਰ ਨੂੰ ਚਾਹੀਦਾ, ਸਾਰੇ ਨੂੰ ਜੀ। ਸੋ ਗੱਲ ਜਿਹੜੀ ਹੈਗੀ ਹੈ ਇਹ ਦੋਵਾਂ ਨੂੰ ਇਕੱਠਿਆਂ ਰੱਖ ਕੇ ਜਾਂ ਦੋਵਾਂ ਨੂੰ ਵੱਖ ਕਰਕੇ ਇਹ ਮਸਲਾ ਨਹੀਂ ਹੈ। ਗੱਲ ਕੀ ਹੈ ਕਿ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਪੰਥਕ ਸੋਚ ਕੀ ਹੈ, ਗੁਰੂ ਦੀ ਸੋਚ ਤੋਂ ਪ੍ਰਣਾਈ ਹੋਈ ਹੁੰਦੀ ਹੈ ਜਿਹੜੀ, ਔਰ ਜਦੋਂ ਉਹਦੇ ਤਹਿਤ ਤੁਸੀਂ ਰਾਜਨੀਤੀ ਵੀ ਯੂਨ ਕਰੋਗੇ ਤੇ ਉਹ ਵੀ ਲੋਕ ਹਿੱਤ ਦੀ ਹੋਏਗੀ, ਚੰਗਿਆਈਆਂ ਦੀ ਹੋਏਗੀ, ਲੋਕ ਭਲੇ ਦੀ ਹੋਏਗੀ। ਠੀਕ ਹੈ। ਆਖਰੀ ਦੋ ਤਿੰਨ ਸਵਾਲ ਲਵਾਂਗਾ ਹਰਦੀਪ ਸਿੰਘ ਜੀ ਤੁਹਾਨੂੰ। ਹਰਦੀਪ ਸਿੰਘ ਜੀ, ਇੱਕ ਰਹਿਤ ਮਰਿਆਦਾ ਵਾਲਾ ਸਰ ਉਹਦਾ ਜ਼ਿਕਰ ਹੋਣਾ ਚਾਹੀਦਾ ਸੀਗਾ ਉੱਥੇ ਸੰਬੋਧਨ ਦੇ ਵਿੱਚ ਜਾਂ ਨਹੀਂ ਹੋਣਾ ਚਾਹੀਦਾ ਸੀਗਾ? ਨਾਨਾਸ਼ਾਹੀ ਕੈਲੰਡਰ ਬਾਰੇ ਜ਼ਿਕਰ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਹਰਦੀਪ ਸਿੰਘ ਜੀ? ਇਹ ਚੁਣੌਤੀਆਂ ਸਰ। ਹਾਂਜੀ, ਉਹਨਾਂ ਨੇ ਗੱਲ ਕੀਤੀ ਹੈ, ਲੇਕਿਨ ਉਹ ਕੈਲੰਡਰ ਨੂੰ ਵੀ ਛੱਡਤਾ ਤੇ ਰਹਿਤ ਮਰਿਆਦਾ ਨੂੰ ਵੀ ਛੱਡ ਦਿੱਤਾ। ਜਿਹੜੀ ਉਲਟ ਧਿਰ ਸੀ, ਉਲਟ ਸੋਚ ਵਾਲੀ ਹੈ, ਉਸ ਨੂੰ ਉਭਾਰਿਆ। ਦੇਖੋ, ਗੁਰਦੁਆਰਾ ਐਕਟ 1925 ਜਿਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਤਹਿਤ ਜਿਹੜੇ ਨੇ ਆਪਣਾ ਇਹਨਾਂ ਦੀ ਅਪਾਇੰਟਮੈਂਟ ਹੁੰਦੀ ਹੈਗੀ ਹੈ, ਉਸ ਵਿੱਚ ਸਪਸ਼ਟ ਅੰਕਿਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਜਿਹੜੇ ਮੁਕਾਬਲੇ ਵਿੱਚ ਜਦੋਂ ਹੈਗਾ ਬਾਬਾ ਸ੍ਰੀ ਚੰਦ ਦੀ ਸੋਚ ਆ ਜਾਂਦੀ ਹੈ ਤੇ ਉਹ ਕਨਫਲਿਕਟ ਹੈਗਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਲੇਕਿਨ ਉਸ ਸੋਚ ਨੂੰ ਤਾਂ ਉਹ ਉਭਾਰਨਾ ਚਾਹੁੰਦੇ ਨੇ। ਉਸ ਸੋਚ ਬਾਰੇ ਤਾਂ ਕਹਿੰਦੇ ਨੇ ਵੀ ਜੇ ਕੋਈ ਵੀ ਗੱਲ ਕਰੇ ਜਾਂ ਪ੍ਰਬੰਧਕੀ ਤੌਰ ਤੇ ਜੇ ਕੋਈ ਸਰੂਪਾਂ ਦੀ ਗੱਲ ਪੁੱਛੇ, ਕੋਈ ਹੋਰ ਕਰੇ, ਤੇ ਤੁਸੀਂ ਡਾਂਗਾ ਚੁੱਕ ਕੇ ਕੁੱਟੋ ਉਹਨਾਂ ਨੂੰ।
ਇਹ ਕੈਸੀ ਗੱਲ ਵੱਲ ਨੂੰ ਤੁਰ ਪਏ ਆ। ਉਹ ਜਿਹੜੀ ਹੈਗੀ ਆ, ਦੇਖੋ ਪਿਛਲੇ ਸਮੇਂ 'ਚ ਬੜੀਆਂ ਕੰਟਰੋਵਰਸੀਜ਼ ਹੋਈਆਂ ਨੇ, ਬੜੀਆਂ ਦੋ ਰਾਇਆਂ ਹੋਈਆਂ ਨੇ ਸਿੱਖਾਂ ਦੇ ਵਿੱਚ, ਉਸ ਦੇ ਨਾਲ ਬਹੁਤ ਨਿਰਾਸ਼ਾ ਆਈ ਹੈ। ਲੇਕਿਨ ਉਹਦੇ ਵਿੱਚ ਉਹਨਾਂ ਨੇ ਨਾ ਕਦੇ ਕੈਲੰਡਰ ਦੀ ਗੱਲ ਕੀਤੀ, ਨਾ ਉਹਨਾਂ ਨੇ ਹੋਰ ਜਿਹੜੀ ਸਿਧਾਂਤਕ ਪੱਖ ਹੈਗੇ ਨੇ ਜਿਹਦੇ ਉੱਤੇ ਵਖਰੇਵੇਂ ਨੇ ਉਹਦੀ ਗੱਲ ਕੀਤੀ। ਉਹ ਇੱਕ ਧਿਰ ਦੀ ਗੱਲ ਕਰਕੇ ਇੱਕ ਵਿਚਾਰਧਾਰਾ ਨੂੰ ਉਭਾਰਨਾ ਚਾਹੁੰਦੇ ਨੇ। ਮੈਂ ਤਾਂ ਹੀ ਕਹਿਣਾ ਕਿ 1920 ਦੇ ਵਿੱਚ ਕੱਲਾ ਪ੍ਰਬੰਧ ਨਹੀਂ ਸੀ ਲਿੱਤਾ, ਜਿਹੜੀ ਅਨਮਤ ਦੀ ਵਿਚਾਰ ਸੀਗੀ ਉਸ ਨੂੰ ਪਿੱਛੇ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਨੂੰ ਉਭਾਰਿਆ ਗਿਆ ਸੀ। ਅੱਜ ਵੀ ਕੱਲੇ ਪ੍ਰਬੰਧ ਨੂੰ ਤਬਦੀਲੀ ਦੀ ਗੱਲ ਨਹੀਂ ਹੈ, ਗੁਰਮਤਿ ਸਿਧਾਂਤ ਅਨੁਸਾਰੀ ਜਿਹੜੀ ਹੈਗੀ ਹੈ, ਗੁਰਮਤ ਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈ ਉਹਦੇ ਅਨੁਸਾਰੀ ਜਿਹੜੀ ਗੱਲ ਨੂੰ ਅੱਗੇ ਲੈ ਕੇ ਆਉਣਾ ਉਹ ਅਹਿਮੀਅਤ ਰੱਖਦਾ ਹੈ। ਇੱਕ ਸਵਾਲ ਸਰ ਹੋਰ ਸੀਗਾ ਹਰਦੀਪ ਸਿੰਘ ਜੀ, ਜਿਹੜੀਆਂ ਬੀਬੀਆਂ ਹੈਗੀਆਂ, ਔਰਤਾਂ ਹੈਗੀਆਂ ਸਰ, ਉਹਨਾਂ ਦਾ ਜ਼ਿਕਰ ਮਨਫੀ ਹੋ ਰਿਹਾ ਹਰ ਡਿਬੇਟ ਦੇ ਵਿੱਚ ਸਰ, ਉਹ ਉਸ ਦਾ ਜ਼ਿਕਰ ਮਨਫੀ ਕਿਉਂ ਹੈ ਸਰ? ਮੈਂ ਇਸ ਗੁਰਦੁਆਰਾ ਪ੍ਰਬੰਧ ਦੇ ਵਿੱਚ ਸਰ ਉਸ ਦਾ ਸਵਾਲ ਜ਼ਰੂਰ ਲੈ ਕੇ ਆਉਣਾ ਚਾਹੁੰਦਾ ਹਰਦੀਪ ਸਿੰਘ ਜੀ। ਦੇਖੋ ਮੈਂ ਆਪਾਂ ਇੱਕੋ ਹੀ ਗੱਲ ਕਰਦੇ ਹਾਂ, ਮੈਂ ਸਾਰੀਆਂ ਗੱਲਾਂ ਨੂੰ ਪਹਿਲੇ ਲਫ਼ਜ਼ਾਂ 'ਚ ਹੀ ਬੰਨ੍ਹਤਾ ਕਿ ਜਦੋਂ ਗੁਰਮਤ ਦਾ ਸਿਧਾਂਤ ਹੈ ਉਸ ਵਿੱਚ ਤੇ ਬੀਬੀ ਦਾ ਬਕਾਇਦਾ ਤੌਰ ਤੇ ਬੀਬੀਆਂ ਦਾ ਬਰਾਬਰ ਦਾ ਜਿਹੜਾ ਹੱਕ ਹੈਗਾ, ਗੁਰਮਤ ਦਾ ਸਿਧਾਂਤ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਤੇ ਇਹੋ ਹੈ। ਜੇ ਬੀਬੀ ਮੱਥੋ ਮੁਰਾਰੀ ਭਾਈ ਆਪਣਾ ਬੀਬੀ ਮੱਥੋ ਤੇ ਭਾਈ ਮੁਰਾਰੀ ਉਹ ਕਿਸੇ ਵਕਤ ਜਿਹੜੇ ਨੇ ਉਹ ਮੰਜੀਦਾਰ ਰਹੇ ਨੇ ਗੁਰੂ ਪਾਤਸ਼ਾਹ ਦੇ ਸਮੇਂ, ਪ੍ਰਚਾਰ ਦੇ ਖੇਤਰ ਦੇ ਵਿੱਚ ਨੇ, ਉਹ ਇੱਥੋਂ ਤੱਕ ਦਾ ਸਥਾਨ ਹੈ। ਤੇ ਅੱਜ ਜੇ ਅਸੀਂ ਕਹੀਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜੀ ਹੈਗੀ ਹੈ ਕੋਈ ਸੇਵਾ ਵੀ ਨਹੀਂ ਕਰਨ ਦੇਣਾ ਚਾਹੁੰਦੀ ਬੀਬੀਆਂ ਨੂੰ, ਤੇ ਬੀਬੀਆਂ ਨੂੰ ਅਗੇਨ ਜਿਹੜਾ ਹੈਗਾ ਪਿੱਟੀਆਂ ਹੀ ਸਮਝਦੇ ਪਏ ਹੋ ਜੇ ਲੇਡੀਜ਼ ਨੂੰ, ਤੇ ਇਹ ਜਿਹੜਾ ਹੈਗਾ ਇਹ ਗੁਰਮਤ ਦੇ ਸਿਧਾਂਤ ਦੇ ਉਲਟਿਆ। ਮੈਂ ਤਾਂ ਹੀ ਕਹਿ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਜਿੱਥੇ ਗੁਆਚਦੀ ਜਾਂਦੀ ਹੈ ਤੇ ਉੱਥੇ ਫਿਰ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਐਸੇ ਸਵਾਲ ਉੱਠਣਗੇ, ਖੜੇ ਹੋਣਗੇ ਜੋ ਜੀ ਤੁਸੀਂ ਗੱਲ ਕਰ ਰਹੇ ਹੋ। ਚਲੋ ਹਰਦੀਪ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਬੜੇ ਉੱਤਮ ਵਿਚਾਰ ਰੱਖੇ ਆ ਤੇ ਇਹ ਫੈਸਲਾ ਦਰਸ਼ਕਾਂ ਨੇ ਕਰਨਾ ਹੈ ਕਿ ਤੁਹਾਡੇ ਇਹਨਾਂ ਉੱਤਮ ਵਿਚਾਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜਕਾਲ ਹੈ ਜਿਹੜਾ ਉਹ ਕਿਵੇਂ ਤੁਸੀਂ ਪਰੋਇਆ, ਕਿਵੇਂ ਪ੍ਰਾਪਤੀਆਂ ਦੱਸੀਆਂ, ਕਿਹੜੇ ਚੁਣੌਤੀਆਂ ਦੱਸੀਆਂ। ਹਰਦੀਪ ਸਿੰਘ ਜੀ ਬਹੁਤ ਧੰਨਵਾਦ ਸਰ ਤੁਹਾਡਾ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ ਹਰਾਂ ਨੇ ਜਿਹੜਾ ਜ਼ਿਕਰ ਕੀਤਾ ਹੈ ਐਸਜੀਪੀ ਦੇ ਪ੍ਰਬੰਧਨ ਦੇ ਵਿੱਚ ਖੁਦ ਸ਼ਾਮਲ ਹੈ ਤੇ ਆਜ਼ਾਦ ਤੌਰ ਤੇ ਮੈਂਬਰ ਹੈ ਕਿ ਹੈ, ਪਰ ਜਿਹੜਾ ਜ਼ਿਕਰ ਅਖੀਰ ਦੇ ਵਿੱਚ ਹੋ ਗਿਆ ਉਹ ਜ਼ਿਕਰ ਇਸ ਕਰਕੇ ਹੋ ਗਿਆ ਕਿ ਜਦੋਂ ਉੱਥੇ ਜਥੇਦਾਰ ਸਾਹਿਬ ਮਾਂ ਪੁੱਤ ਦਾ ਜ਼ਿਕਰ ਕਰਦੇ ਆ ਤੇ ਜਦੋਂ ਗੁਰਮਤਿ ਸਿਧਾਂਤ ਦੇ ਮੁਤਾਬਕ ਸਾਰੇ ਸਵਾਲ ਉੱਠਣੇ ਚਾਹੀਦੇ, ਸਾਰੇ ਵਿਚਾਰ ਹੋਣੇ ਚਾਹੀਦੇ ਆ, ਉਦੋਂ ਉਸ ਮਾਂ ਦਾ ਜ਼ਿਕਰ ਨਹੀਂ ਹੋ ਰਿਹਾ, ਉਸ ਮਾਂ ਨੂੰ ਉਸ ਦੇ ਅਧਿਕਾਰ ਨਹੀਂ ਮਿਲ ਰਹੇ ਜਿਹੜਾ ਗੁਰਮਤਿ ਸਿਧਾਂਤ ਸਾਨੂੰ ਦੇ ਰਿਹਾ, ਤਾਂ ਫਿਰ ਇਹ ਸਵਾਲ ਕਰਨੇ ਲਾਜ਼ਮੀ ਹੈ। 100 ਵਰ੍ਹੇ ਪੂਰੇ ਹੋਏ ਹਨ, 100 ਵਰ੍ਹਿਆਂ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹੈਗੀਆਂ, ਬੜੇ ਮੋਰਚੇ ਲੱਗੇ, ਬੜੇ ਇਤਿਹਾਸਿਕ ਪੱਖ ਵੀ ਆ, ਉਹਨਾਂ ਤੇ ਸਾਨੂੰ ਮਾਣ ਵੀ ਕਰਨਾ ਚਾਹੀਦਾ ਹੈ। ਪਰ ਅੱਜ ਜਿਹੜੀ ਗਿਰਾਵਟ ਆਈ ਹੈ ਉਸ 'ਤੇ ਸਾਨੂੰ ਸੋਚਣਾ ਵੀ ਚਾਹੀਦਾ, ਵਿਚਾਰ ਵੀ ਕਰਨਾ ਚਾਹੀਦਾ। ਜੇ ਵਿਚਾਰ ਲਈ, ਸੰਵਾਦ ਲਈ ਥਾਂ ਹੋਵੇਗੀ ਤਾਂ ਹੀ ਗੁਰਮਤਿ ਸਿਧਾਂਤ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਵੀ ਇਹੀ ਕਿਹਾ, ਸਰਬੱਤ ਦੇ ਭਲੇ ਦਾ ਜ਼ਿਕਰ ਕਰਦੇ ਆ ਤੇ ਉਹ ਜਦੋਂ ਗੋਸ਼ਟੀਆਂ ਦਾ ਜ਼ਿਕਰ ਹੁੰਦਾ ਤੇ ਇਹ ਸੰਵਾਦ ਹੋਣੇ ਚਾਹੀਦੇ ਆ। ਇੱਕ ਧਿਰ ਵਾਲੇ ਸੰਵਾਦ ਨਹੀਂ ਹੋਣੇ ਚਾਹੀਦੇ, ਸਾਰੇ ਧਿਰਾਂ ਵਾਲੇ ਸੰਵਾਦ ਹੋਣੇ ਚਾਹੀਦੇ ਆ। ਸਿਆਸਤ ਨੂੰ ਪਾਸੇ ਰੱਖ ਕੇ ਧਰਮ ਦੇ ਨਾਲ ਉਸ ਦਾ ਬੈਲੈਂਸ ਬਣਾ ਕੇ ਫਿਰ ਚਰਚਾ ਹੋਣੀ ਚਾਹੀਦੀ ਹੈ। ਬਹੁਤ ਸਾਰੀਆਂ ਚੁਣੌਤੀਆਂ ਅੱਗੇ ਖੜੀਆਂ, ਉਹਨਾਂ ਚੁਣੌਤੀਆਂ ਤੇ ਚਰਚਾ ਵਾਰ-ਵਾਰ ਕਰਦੇ ਰਹਾਂਗੇ। ਅੱਜ 100 ਵਰ੍ਹੇ ਪੂਰੇ ਹੋਏ ਆ, ਇਹਨਾਂ ਤੇ ਸਵਾਲ ਜਵਾਬ ਹੋਏ ਆ। ਕਿਵੇਂ ਲੱਗੀ ਇਹ ਗੱਲਬਾਤ ਤੁਸੀਂ ਜ਼ਰੂਰ ਲਿਖਣਾ। ਅੱਜ ਕੱਲ੍ਹ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੀ ਫੀਡਬੈਕ ਮੈਂ ਖੁਦ ਪੜ੍ਹਦਾ ਵੀ ਪਿਆ। ਬਹੁਤ ਧੰਨਵਾਦ।